ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ। ਸੋ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਅਲੱਗ-ਅਲੱਗ ਨਵੇਂ ਬਦਲਾਵ ਸਾਹਮਣੇ ਆ ਰਹੇ ਨੇ। ਸੋ ਜੇਕਰ ਤੁਹਾਡਾ ਕੋਈ ਸਵਾਲ ਹੈ, ਆਪਣੇ ਪ੍ਰੋਸੈਸ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਆਪਣੀ ਫਾਈਲਿੰਗ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਇਸ ਵਕਤ ਕੀ ਨਵਾਂ ਚੱਲ ਰਿਹਾ, ਕਿਹੜੀ ਫਾਈਲ ਦੇ ਉੱਤੇ ਛੇਤੀ ਕੰਮ ਕੀਤਾ ਜਾ ਰਿਹਾ ਜਾਂ ਕਿਹੜੀਆਂ ਫਾਈਲਸ ਅਜੇ ਡਿਲੇ ਚੱਲ ਰਹੀਆਂ ਨੇ, ਕੋਈ ਵੀ ਤੁਹਾਡਾ ਸਵਾਲ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਸੋ ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਵਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅੱਜ ਕੀ ਨਵੀਂ ਤਾਜ਼ਾ ਅਪਡੇਟ ਆਈ ਹੈ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਯਾਨੀ ਕਿ ਮਨੂ ਦੱਤਾ ਤੇ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਤਰਨ ਜੀ ਕੀ ਹਾਲ ਚਾਲ ਹੈ ਸਰ? ऑल गुड तरन जी। आ ना क्या करो कि सवाल करो टाइम के बारे कोई नहीं जवाब दे सकता अज। ਟਾਈਮ ਦੇ ਬਾਰੇ ਤੁਸੀਂ ਗੱਲ ਕਰਦੇ ਹੋ, ਜਦੋਂ ਵੀ ਸਾਨੂੰ ਦਰਸ਼ਕ ਵੀ ਕਾਲ ਕਰਦੇ ਆ ਨਾ, ਤੇ ਉਹ ਹਮੇਸ਼ਾ ਹੀ ਕਹਿੰਦੇ ਆ ਕਿ ਜੇ ਹੁਣ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਲ ਕਰਦੇ ਆ ਨਾ, ਇੱਕ ਬਹੁਤ ਵਧੀਆ ਉਹਨਾਂ ਕੋਲ ਜਵਾਬ ਆ। ਪਹਿਲਾਂ ਪੈਂਡੈਮਿਕ ਸੀ, ਹੁਣ ਇਸ ਟਾਈਮ ਦੇ ਵਿੱਚ ਅਫਗਾਨਿਸਤਾਨ ਦੇ ਅਸੀਂ ਮੈਟਰਸ ਲੈ ਰਹੇ ਹਾਂ। ਤੁਸੀਂ ਯੂ ਆਰ ਰਾਈਟ ਕਿ ਜਦੋਂ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੇ ਕੋਲ ਆਈਆਰਸੀਸੀ ਕੋਲ ਇਹੋ ਜਿਹੀਆਂ ਈਮੇਲਸ ਜਾ ਰਹੀਆਂ, ਟਾਈਮ ਪੀਰੀਅਡ ਨੂੰ ਪੁੱਛਿਆ ਜਾ ਰਿਹਾ, ਤੇ ਐਬਸੋਲੂਟਲੀ ਦੈਟ ਇਜ਼ ਦ ਸਟੈਂਡਰਡ ਰਿਪਲਾਈ ਐਵਰੀਬਡੀ ਇਜ਼ ਗੈਟਿੰਗ। ਸੋ ਕਿਸੇ ਦੇ ਕੋਲ ਜਵਾਬ ਨਹੀਂ ਹੈਗਾ ਤਰਨ ਜੀ ਇਸ ਕੁਐਸਚਨ ਦਾ, ਇਸ ਟੌਪਿਕ ਦਾ, ਤੇ ਐਵਰੀਬਡੀ ਹੈਜ਼ ਟੂ ਵੇਟ। ਬਟ ਯੈਸ, ਫਾਈਲ ਦਾ ਮੂਵਮੈਂਟ ਬਹੁਤ ਅੱਛੀ ਤਰ੍ਹਾਂ ਸ਼ੁਰੂ ਹੋ ਚੁੱਕਿਆ, ਬੜੀ ਪੇਸ ਦੇ ਨਾਲ ਕੰਮ ਹੋ ਰਿਹਾ, ਐਂਡ ਹੋਪਫੁਲੀ ਅਗਲੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਵੀਲ ਸੀ ਕਿ ਬੈਕਲੌਗ ਖਤਮ ਹੁੰਦਾ ਨਜ਼ਰ ਆ ਜਾਂਦਾ ਹੈ। ਤੁਸੀਂ ਬੈਕਲੌਗ ਦੀ ਗੱਲ ਕੀਤੀ ਹੈ, ਟਾਰਗੇਟ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ। ਸਾਲ ਦਾ ਆਲਮੋਸਟ ਸੈਕੰਡ ਲਾਸਟ ਮਹੀਨਾ ਹੈਗਾ ਹੈ, ਤੇ ਇਸ ਤੋਂ ਬਾਅਦ ਜੋ ਟਾਰਗੇਟ ਇਹਨਾਂ ਨੇ ਅਚੀਵ ਕਰਨ ਲਈ ਕਿਹਾ ਸੀ 4 ਲੱਖ ਦੇ ਅਰਾਊਂਡ, ਕੀ ਉਹ ਅਚੀਵ ਕੀਤਾ ਜਾ ਰਿਹਾ ਜਾਂ ਨਹੀਂ? ਤਰਨ ਜੀ 2,67,000 ਓਕੇ ਟਾਰਗੇਟ ਸੀਗਾ 4,01,000 ਦਾ ਫॉर ਦਾ ਈਅਰ 2021 ਰਾਈਟ। ਅਗਸਤ ਤੱਕ 2,67,000 ਲੋਕੀ ਲੈਂਡ ਕਰ ਚੁੱਕੇ ਨੇ, ਐਪਲੀਕੈਂਟਸ ਲੈਂਡ ਕਰ ਚੁੱਕੇ ਨੇ। ਸੈਪਟੈਂਬਰ ਦੇ ਵਿੱਚ ਮੈਕਸਿਮਮ ਨੰਬਰਸ ਹੋਏ ਨੇ 45,000 ਰਾਈਟ। ਸੋ ਅਗਲੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ, ਮਤਲਬ ਹੁਣ ਤਾਂ ਅਕਤੂਬਰ ਦੇ ਨਵੰਬਰ ਹਾਲੇ ਨੰਬਰਸ ਨਹੀਂ ਆਏ, ਨਵੰਬਰ ਐਂਡ ਦਸੰਬਰ ਦੇ ਵਿੱਚ ਜੇ 45,000 ਦੇ ਵਿੱਚ ਹੈ ਤੇ ਵੀ ਹੈਵ ਆਲਰੇਡੀ ਟੱਚਡ ਦਾ 400 ਮਾਰਕ। ਤੋ ਅਸੀਂ ਵੀ ਆਰ ਔਨ ਦੈਟ, ਐਂਡ ਇਸ ਟਾਈਮ ਤੇ ਗਵਰਨਮੈਂਟ ਇਜ਼ ਔਨ ਟਾਰਗੇਟ ਫॉर 2021 ਐਂਡ ਹੋਪਫੁਲੀ 2022 ਦੇ ਵਿੱਚ ਜਿਹੜਾ 4,11,000 ਦਾ ਟਾਰਗੇਟ ਲਿੱਤਾ ਗਿਆ ਸੀ, ਉਹਦੇ ਤੇ ਵੀ ਗਵਰਨਮੈਂਟ ਡਾਟ ਹੋਏਗੀ। ਸੋ ਗਵਰਨਮੈਂਟ ਇਜ਼ ਔਨ ਟਾਰਗੇਟ ਫॉर 2021। ਸਰ ਤੁਸੀਂ ਟਾਰਗੇਟ ਦੀ ਗੱਲ ਕੀਤੀ ਹੈ 2021 ਦੇ ਉੱਤੇ, ਹੁਣ ਸਾਰਾ ਫੋਕਸ ਜਿਹੜਾ ਰਿਹਾ ਵਾ ਇਹਨਾਂ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਨੇ ਡਰਾਸ ਵੀ ਕੱਢੇ ਨੇ। ਸੋ ਇਸ ਵਕਤ ਹੁਣ ਕਿੰਨੇ ਕੁ ਹੋਰ ਡਰਾ ਈਸੀ ਦੀ ਗੱਲ ਕਰੀਏ ਜਾਂ ਕਿੰਨੇ ਕੁ ਹੋਰ ਨਿਕਲਣੇ ਬਾਕੀ ਨੇ, ਜਿੰਨਾ ਅਸੀਂ ਉਮੀਦ ਲਗਾ ਸਕਦੇ ਹਾਂ ਕਿ ਥੋੜਾ ਬਹੁਤ ਹੋਰ ਨੇੜੇ ਪਹੁੰਚੇਗਾ? ਤਰਨ ਪਹਿਲੇ ਤੇ ਗੱਲ ਕਰੀਏ ਐਕਸਪ੍ਰੈਸ ਐਂਟਰੀ ਦਾ ਜਿਹੜਾ ਟਾਰਗੇਟ ਸੀਗਾ ਫॉर ਦਾ ਈਅਰ, ਉਹ ਮੀਟ ਹੋ ਚੁੱਕਾ ਹੈ। ਹਾਂਜੀ, ਉਹ ਹੋ ਚੁੱਕਾ ਹੈ। ਹੁਣ ਜਿੰਨੇ ਵੀ ਡਰਾਜ਼ ਹੋ ਰਹੇ ਨੇ, ਥੀਸ ਆਰ ਗੋਇੰਗ ਬਿਯੋਂਡ ਦਾ ਐਕਸਪੈਕਟਡ ਟਾਰਗੇਟਸ। ਸੋ ਹੁਣ ਜਿਹੜੇ ਨੰਬਰਸ ਹੈਗੇ ਨੇ, ਜੇ ਹੁਣ ਜਿੰਨੇ ਵੀ ਡਰਾਜ਼ ਹੋਣਗੇ, ਐਂਡ ਵੀ ਆਰ ਐਕਸਪੈਕਟਿੰਗ ਮੋਰ ਡਰਾਜ਼, ਐਟਲੀਸਟ 3 ਮੋਰ ਡਰਾਜ਼ ਨਵੰਬਰ ਐਂਡ ਦਸੰਬਰ ਦੇ ਵਿੱਚ, ਦਿਸ ਵਿਲ ਗੋ ਬਿਯੋਂਡ ਜਿਹੜਾ ਐਕਸਪੈਕਟਡ ਟਾਰਗੇਟ ਹੈਗਾ। ਵੈਸੇ ਵੀ ਅਸੀਂ ਐਕਸਪੈਕਟਡ ਟਾਰਗੇਟ ਤੋਂ ਉੱਪਰ ਚੱਲ ਰਹੇ ਹਾਂ ਇਸ ਟਾਈਮ ਐਕਸਪ੍ਰੈਸ ਐਂਟਰੀ ਨੂੰ ਲੈ ਕੇ। ਸੋ ਐਕਸਪ੍ਰੈਸ ਐਂਟਰੀ ਦੇ ਵਿੱਚ ਐਪਲੀਕੇਸ਼ਨਸ ਕਿਹੜੀਆਂ ਪਿਕ ਹੋਈਆਂ? ਸਿਰਫ ਸੀਈਸੀ ਵਾਲੀਆਂ ਜਾਂ ਪੀਐਨਪੀ ਵਾਲੀਆਂ ਐਪਲੀਕੇਸ਼ਨਸ ਪਿਕ ਹੋਈਆਂ, ਜਿਨ੍ਹਾਂ ਦੇ ਕੋਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਐਕਸਪੀਰੀਅੰਸ ਹੈਗਾ, ਸਿਰਫ ਉਹੀ ਪਿਕ ਹੋਈਆਂ ਹੈਗੀਆਂ। ਸੋ ਯੂ ਆਰ ਰਾਈਟ ਕਿ ਪਿਛਲੇ 3-4 ਹਫ਼ਤਿਆਂ ਤੋਂ ਕੋਈ ਡਰਾ ਨਹੀਂ ਆਊਟ ਹੋਇਆ, ਐਂਡ ਵੀ ਆਰ ਐਕਸਪੈਕਟਿੰਗ ਕਿ ਦਸੰਬਰ ਦੇ ਵਿੱਚ ਵੀ ਵਿਲ ਸੀ ਐਟਲੀਸਟ 2 ਮੋਰ ਡਰਾਜ਼ ਬਿਫੋਰ ਦਾ ਐਂਡ ਆਫ ਦਾ ਈਅਰ। ਸਰ ਇਸ ਵਾਰੀ ਪੁਆਇੰਟਸ ਵੀ ਹੁਣ ਵਾਪਸ ਬੈਕ ਟੂ ਨਾਰਮਲ ਆ ਗਿਆ, ਪੁਆਇੰਟਸ ਵੀ 450 ਪਲੱਸ ਜਾ ਰਹੇ ਨੇ, ਤੇ ਇੱਕ ਕੋਈ ਘਟਣ ਦੇ ਚਾਂਸਸ ਹੈਗੇ ਜਾਂ ਕੋਈ ਲਾਸਟ ਮੂਵਮੈਂਟ ਦੇ ਉੱਤੇ, ਜਿਵੇਂ ਅਜੇ ਟਾਰਗੇਟ ਅਚੀਵ ਨਹੀਂ ਹੋਇਆ, ਕੋਈ ਇਹ ਜਾਂ ਕੋਈ ਪ੍ਰੋਗਰਾਮ ਲਿਆਂਦਾ ਜਾ ਸਕਦਾ ਹੈ? ਤਰਨ ਪਹਿਲੀ ਗੱਲ ਤਾਂ ਟਾਰਗੇਟ ਤੇ ਗਵਰਨਮੈਂਟ ਜਿਹੜਾ 4,01,000 ਐਪਲੀਕੈਂਟਸ ਦਾ ਟਾਰਗੇਟ ਸੀਗਾ, ਉਹ ਲੈਂਡਡ ਇਮੀਗ੍ਰੈਂਟਸ ਦਾ ਸੀਗਾ। ਸੋ ਗਵਰਨਮੈਂਟ ਉਹਦੇ ਉੱਤੇ ਹੀ ਹੈਗੀ ਹੈ, ਇਸ ਟਾਈਮ ਮੀਟ ਕਰ ਰਹੀ ਹੈ ਸਾਰੀ ਰਿਕੁਆਇਰਮੈਂਟਸ। ਬਿਲਕੁਲ ਸਰ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ ਪੁਆਇੰਟਸ ਦੀ, ਤੇ ਇੱਥੇ ਇੱਕ ਥੋੜਾ ਜਿਹਾ ਮੈਂ ਇਹ ਸਵਾਲ ਜ਼ਰੂਰ ਕਰਨਾ ਚਾਹੂੰਗੀ, ਜਿਹੜੇ ਇਸ ਵਕਤ ਸਟੂਡੈਂਟਸ ਬਾਹਰ ਬੈਠੇ ਨੇ, ਇਸ ਵਕਤ ਇੱਥੇ ਆ ਰਹੇ ਨੇ, ਕਿ ਹੁਣ ਆਉਣ ਦੀ ਜਿਨ੍ਹਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਹੈ, ਕਈਆਂ ਨੇ ਵਰਕ ਪਰਮਿਟ ਅਪਲਾਈ ਕਰਨ ਲਈ ਉੱਥੋਂ ਕਰਨਾ ਜ਼ਰੂਰੀ ਹੈ, ਜਾਂ ਤੁਸੀਂ ਸਟੱਡੀ ਖਤਮ ਹੋਣ ਤੋਂ ਬਾਅਦ ਪਹਿਲਾਂ ਇੱਥੇ ਪਹੁੰਚੋ, ਇਹ ਇੱਕ ਬੈਟਰ ਆਪਸ਼ਨ ਹੈ ਕਿ ਇੱਥੇ ਆ ਕੇ ਤੁਸੀਂ ਵਰਕ ਪਰਮਿਟ ਅਪਲਾਈ ਕਰੋ? ਮੇਰੇ ਅਕੋਰਡਿੰਗ ਜੇ ਵਿਦਨ ਕੈਨੇਡਾ ਪ੍ਰੈਜ਼ੈਂਟ ਹੋਣਗੇ, ਉਹ ਬੈਟਰ ਐਡਵਾਂਟੇਜ ਰਹੇਗਾ ਉਹਨਾਂ ਵਾਸਤੇ ਪੋਸਟ ਗ੍ਰੈਡ ਵਰਕ ਪਰਮਿਟ ਲੈਣ ਵਾਸਤੇ। ਹੁਣ ਤਾਂ ਵੈਸੇ ਵੀ ਸਾਰੀਆਂ ਫਲਾਈਟਸ ਖੁੱਲ ਚੁੱਕੀਆਂ, ਕੋਈ ਟਰੈਵਲ ਰਿਸਟ੍ਰਿਕਸ਼ਨਸ ਉਸ ਤਰ੍ਹਾਂ ਦੀ ਨਹੀਂ ਰਹੀਆਂ। ਸੋ ਇਸ ਟਾਈਮ ਤੇ ਵੈਸੇ ਵੀ ਜਿਹੜੇ ਬਾਹਰ ਬੈਠੇ ਹੋਏ ਸੀ ਤਾਂ ਵੇਟ ਕਰ ਰਹੇ ਸੀਗੇ ਕਿ ਰਿਸਟ੍ਰਿਕਸ਼ਨਸ ਖਤਮ ਹੋਣ ਤੇ ਵੀ ਟਰੈਵਲ ਇਨ। ਈਵਨ ਤੁਹਾਨੂੰ ਯਾਦ ਹੋਏਗਾ ਤਰਨ ਜੀ, ਜਦੋਂ ਸਟ੍ਰੇਟ ਫਲਾਈਟ ਨਹੀਂ ਸੀਗੀਆਂ, ਮੈਕਸੀਕੋ, ਮੌਰੀਸ਼ੀਅਸ, ਦੁਬਈ, ਕਿਹੜਾ ਰੂਟ ਕਨੈਕਟਿੰਗ ਫਲਾਈਟਸ ਲੈ ਕੇ ਨਹੀਂ ਲੋਕੀ ਆਏ ਹੈਗੇ,
ਐਂਡ 2-2 ਹਫ਼ਤੇ ਉਹਨਾਂ ਨੇ ਉੱਥੇ ਕੁਆਰੰਟਾਈਨ ਵੀ ਕੀਤਾ ਹੈਗਾ ਐਂਡ ਦੈਨ ਦੇ ਸਟਿਲ ਟਰੈਵਲਡ। ਸੋ ਆਈ ਡੋਂਟ ਥਿੰਕ ਸੋ ਕਿ ਕੋਈ ਇਹੋ ਜਿਹਾ ਸਟੂਡੈਂਟ ਹੈਗਾ ਆ ਜਿਹੜਾ ਵੇਟ ਕਰਦਾ ਪਿਆ ਕਿ ਮੈਂ ਟਰੈਵਲ ਕਰਾਂ ਜਾਂ ਨਾ ਕਰਾਂ। ਐਕਚੁਅਲੀ ਮੈਂ ਇਸ ਲਈ ਇਹ ਸਵਾਲ ਕੀਤਾ ਸੀ ਕਿਉਂਕਿ 1-2 ਕੇਸਿਸ ਇਹ ਜਿਹੇ ਆਏ ਕਿ ਜਿਹਦੇ ਵਿੱਚ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਤੇ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਸਟੂਡੈਂਟ ਇੱਥੇ ਪਹੁੰਚੇ ਨੇ ਤੇ ਉਹਨਾਂ ਨੂੰ ਇੱਕ ਕੁਐਸਚਨ ਹੋਇਆ ਕਿ ਤੁਹਾਡੀ ਸਟੱਡੀ ਕੰਪਲੀਟ ਹੋ ਚੁੱਕੀ ਹੈ ਸੋ ਤੁਹਾਨੂੰ ਇੱਥੇ ਆਉਣ ਦੀ ਜਾਂ ਇਜਾਜ਼ਤ ਨਹੀਂ ਮਿਲ ਸਕਦੀ ਜਾਂ ਕੁਝ ਇਸ ਤਰੀਕੇ ਦੇ ਕੁਝ ਮਾਮਲੇ ਸਾਹਮਣੇ ਨਹੀਂ ਤਰਨ ਜੀ, ਐਜ਼ ਅ ਸਟੂਡੈਂਟ ਦੇ ਆਰ ਆਲ ਐਲੀਜੀਬਲ ਟੂ ਅਪਲਾਈ ਫॉर ਅ ਪੋਸਟ ਗ੍ਰੈਡ ਵਰਕ ਪਰਮਿਟ ਐਂਡ ਆਫਿਸਰ ਨਾਰਮਲੀ ਉਹਨਾਂ ਨੂੰ ਸਵਾਲ ਕਰਨਾ ਨਹੀਂ ਚਾਹੀਦਾ। ਜੇ CBSE ਆਫਿਸਰ ਨੇ ਕੋਈ ਇਹੋ ਜਿਹਾ ਸਵਾਲ ਕੀਤਾ ਉਹਨਾਂ ਨੂੰ ਦੱਸਿਆ ਜਾ ਸਕਦਾ ਹੈਗਾ ਐਂਡ ਦੇ ਟੈਕਨੀਕਲੀ ਨੋ ਇਟ ਕਿ ਹਰ ਸਟੂਡੈਂਟ ਜਿਹਨੇ 1 ਸਾਲ ਦੀ ਪੜ੍ਹਾਈ ਕੀਤੀ ਹੈ ਹੀ ਇਜ਼ ਐਲੀਜੀਬਲ ਫॉर 1 ਈਅਰ ਆਫ ਪੋਸਟ ਗ੍ਰੈਡ ਵਰਕ ਪਰਮਿਟ, ਜਿਹਨੇ 2 ਸਾਲ ਘੱਟੋ ਘੱਟ ਪੜ੍ਹਾਈ ਕੀਤੀ ਹੈ ਉਹ 3 ਸਾਲ ਦੇ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗੇ ਨੇ। ਸੋ ਦੇयर ਸ਼ੁੱਡ ਨਾਟ ਬੀ ਐਨੀ ਡਿਨਾਈਂਗ ਆਫ ਦਾ ਫੈਕਟ ਔਨ ਦੈਟ ਐਂਡ ਉਹ ਤੇ ਈਵਨ ਜੇ 에ਅਰਪੋਰਟ ਤੇ ਲੈਂਡ ਕਰਦੇ ਨੇ ਜੇ ਉਹਨਾਂ ਦੀ ਪੜ੍ਹਾਈ ਖਤਮ ਹੋ ਚੁੱਕੀ ਹੈ ਜੇ ਡਾਕੂਮੈਂਟਸ ਕੋਲ ਹੈਗੇ ਨੇ ਦੇ ਕੈਨ ਆਸਕ ਦਾ ਆਫਿਸਰ ਐਟ ਦਾ ਪੋਰਟ ਆਫ ਐਂਟਰੀ ਕਿ ਭਾਈ ਆ ਮੇਰੇ ਡਾਕੂਮੈਂਟਸ ਹੈਗੇ ਨੇ ਐਂਡ ਆਈ ਵੁੱਡ ਐਪਰੀਸ਼ੀਏਟ ਇਫ ਯੂ ਕੈਡ ਇਸ਼ੂ ਮੀ ਅ ਪੋਸਟ ਗ੍ਰੈਡ ਵਰਕ ਪਰਮਿਟ ਔਨ ਦਿਸ। ਥੋੜਾ ਜਿਹਾ ਅੱਜ ਕੱਲ ਸਪਾਊਸ ਵੀਜ਼ਾਸ ਦੇ ਉੱਤੇ ਬਹੁਤ ਜ਼ਿਆਦਾ ਕੁਆਰੀਜ਼ ਆ ਰਹੀਆਂ ਨੇ ਤੇ ਇਹ ਵੀ ਸੁਣਨ ਦੇ ਵਿੱਚ ਆਇਆ ਕੁਝ ਸੋਸ਼ਲ ਮੀਡੀਆ ਪੇजेस ਦੇ ਉੱਤੇ, ਹਾਲਾਂਕਿ ਇਮੀਗ੍ਰੇਸ਼ਨ ਵੈਬਸਾਈਟ ਦੇ ਉੱਤੇ ਜਾਂ ਸਾਨੂੰ ਐਵੇਂ ਦਾ ਕੁਝ ਵੀ ਹਜੇ ਦੇਖਣ ਨੂੰ ਨਹੀਂ ਮਿਲਿਆ, ਪਰ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਸਰਕਾਰ ਕਾਫੀ ਸਖਤ ਹੋ ਰਹੀ ਹੈ ਮੈਰਿਜ ਕੇਸਿਸ ਦੇ ਉੱਤੇ। ਕਈਆਂ ਦੀ ਇੰਟਰਵਿਊਜ਼ ਵੀ ਆ ਰਹੀਆਂ ਨੇ ਤੇ ਜੇਕਰ ਤੁਸੀਂ ਆਫਿਸਰ ਨੂੰ ਸੈਟੀਸਫਾਈ ਨਹੀਂ ਕਰ ਪਾਉਂਦੇ ਤਾਂ ਤੁਹਾਡੇ ਉੱਤੇ 5 ਸਾਲ ਦਾ ਟਰੈਵਲ ਬੈਨ ਲੱਗ ਸਕਦਾ ਹੈ। 100% ਤੁਸੀਂ ਰਾਈਟ ਹੈਗੇ ਹੋ ਤਰਨ ਜੀ ਇਹਦੇ ਤੇ ਐਂਡ ਕੱਲੇ ਸਪਾਊਜ਼ਲ ਐਪਲੀਕੇਸ਼ਨਸ ਦੇ ਉੱਤੇ ਨਹੀਂ, ਈਵਨ ਜਿਹੜੀਆਂ ਡਿਪੈਂਡੈਂਟ ਐਪਲੀਕੇਸ਼ਨਸ ਹੈਗੀਆਂ ਜਿਹੜੇ ਸਟੂਡੈਂਟਸ ਇੱਥੇ ਪੜ੍ਹ ਰਹੇ ਨੇ ਉਹਨਾਂ ਦੇ ਸਪਾਊਜ਼ਸ ਦੀ ਡਿਪੈਂਡੈਂਟ ਐਪਲੀਕੇਸ਼ਨਸ ਲੱਗ ਰਹੀਆਂ ਨਾਲ ਉਹਨਾਂ ਸਾਰਿਆਂ ਦੇ ਉੱਤੇ ਵੀ ਆ ਚੀਜ਼ਾਂ ਪੁੱਛੀਆਂ ਜਾ ਰਹੀਆਂ ਐਂਡ ਹੁਣ ਅੱਜ ਦੀ ਤਰੀਕ ਦੇ ਵਿੱਚ ਇਟ ਇਜ਼ ਨਾਟ ਅ ਸਿੰਪਲ ਪੋਸਟ ਗ੍ਰੈਡ ਡਿਪੈਂਡੈਂਟ ਐਪਲੀਕੇਸ਼ਨ ਫॉर द ਸਪਾਊਸ ਬਟ ਇਟ ਇਜ਼ ਅ ਕੰਪਲੀਟ ਸਪਾਊਜ਼ਲ ਸੌਰਟ ਆਫ ਐਪਲੀਕੇਸ਼ਨ ਬਿਕੋਜ਼ ਤੁਹਾਨੂੰ ਪੂਰਾ ਪ੍ਰੂਫਸ ਦੇਣੇ ਪੈਂਦੇ ਨੇ, ਤੁਹਾਡੇ ਪ੍ਰੂਫਸ ਮੈਰਿਜਸ ਦੇ, ਤੁਹਾਡੇ ਰਿਲੇਸ਼ਨਸ਼ਿਪ ਦੇ, ਤਾਂ ਹੀ ਆਫਿਸਰ ਤੁਹਾਨੂੰ ਵੀਜ਼ਾ ਗ੍ਰਾਂਟ ਕਰ ਰਹੇ ਨੇ ਐਂਡ ਇਹ ਬੇਸਿਕਲੀ ਤਰਨ ਜੀ ਅਸੀਂ ਆਪ ਗਵਰਨਮੈਂਟ ਨੂੰ ਪੁਸ਼ ਕੀਤਾ ਹੈਗਾ ਇਹੋ ਜਿਹੇ ਡਿਸੀਜਨਸ ਲੈਣ ਵਾਸਤੇ ਬਿਕੋਜ਼ ਜਦੋਂ ਕਹਿੰਦੇ ਆ ਕਿ ਜਦੋਂ ਘੜਾ ਭਰ ਜਾਂਦਾ ਕਿਸੇ ਚੀਜ਼ ਦਾ ਨਾ ਤੇ ਉਹ ਬਾਕੀਆਂ ਨੂੰ ਤੰਗ ਕਰਦੇ ਹੈਗੇ ਨੇ ਲੋਕੀ ਐਂਡ ਆਪ ਤਾਂ ਖੱਜਲ ਹੋਣਾ ਹੀ ਹੋਣਾ ਬਿਕੋਜ਼ ਆਪ ਤਾਂ ਫਰਾਡ ਹੀ ਹੈਗੇ ਨੇ ਰਾਈਟ ਬਟ ਬਾਕੀਆਂ ਨੂੰ ਤੰਗ ਕਰਦੇ ਨੇ। ਐਸੇ ਵਾਸਤੇ ਤਰਨ ਜੀ ਸਾਨੂੰ ਯਾਦ ਹੋਏਗਾ ਕਿ ਅਸੀਂ ਹਮੇਸ਼ਾ ਕਹਿੰਦੇ ਸੀ ਕਿ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਜੇ ਉਸ ਤੋਂ ਬਾਅਦ ਤੁਸੀਂ ਮੈਰਿਜ ਕੀਤੀ ਹੈਗੀ ਹੈ ਨਾ ਤੁਸੀਂ ਇਨਫੋਰਮ ਕੀਤਾ ਨਾ ਐਂਟਰ ਕਰਨ ਵੇਲੇ ਤੁਸੀਂ ਇਨਫੋਰਮ ਕਰਦੇ ਪਏ ਹੋ ਤੇ ਤੁਸੀਂ ਹਾਊ ਡੂ ਯੂ ਐਕਸਪੈਕਟ ਕਿ ਤੁਹਾਡਾ ਕੇਸ ਕਲੀਨ ਹੋ ਜਾਵੇ। ਆਫਿਸਰ ਨੂੰ ਤਾਂ ਪਤਾ ਹੀ ਨਹੀਂ ਕਿ ਤੁਹਾਡੀ ਮੈਰਿਜ ਹੋਈ ਉਸ ਤੋਂ ਬਾਅਦ ਤੁਸੀਂ ਟਰੈਵਲ ਆਊਟ ਕਿਤੇ ਨਹੀਂ, ਕੰਟਰੀ ਗਏ ਨਹੀਂ ਤੇ ਆਫਿਸਰ ਕਿਸ ਤਰ੍ਹਾਂ ਜੱਜ ਕਰੇਗਾ। ਤੁਸੀਂ ਪ੍ਰੂਫਸ ਲਗਾ ਕੇ ਭੇਜ ਰਹੇ ਹੋ ਤਾਂ ਆਫਿਸਰ ਤੁਹਾਡਾ ਮਿਸਰਿਪਰੈਜ਼ੈਂਟੇਸ਼ਨ ਹੀ ਲਗਾਏਗਾ। ਤਾਂ ਤੁਸੀਂ ਇਕੱਲੇ ਆਪਣੇ ਵਾਸਤੇ ਨਹੀਂ, ਆਪਣੇ ਸਪਾਊਸ ਵਾਸਤੇ ਨਹੀਂ, ਆਪਣੇ ਵਾਸਤੇ ਵੀ ਇੱਕ ਕੇਸ ਖਰਾਬ ਕਰ ਰਹੇ ਹੋਗੇ ਹੋ। ਸੋ ਜੇ ਤੁਹਾਡਾ ਮੈਰਿਜ ਸਪਾਊਸ ਵੀਜ਼ਾ ਲੱਗਣ ਤੋਂ ਬਾਅਦ ਹੁੰਦੀ ਪਈ ਹੈ ਮੇਕ ਸ਼ੋਰ ਯੂ ਇਨਫੋਰਮ ਦਾ ਕਾਉਂਸੂਲੇਟ ਬਿਫੋਰ ਯੂ ਟਰੈਵਲ ਟੂ ਕੈਨੇਡਾ and even before entering at the port of entry inform karo ke officer nu ke bhai main these are change of circumstances in my and even ਜਦੋਂ ਤੁਹਾਨੂੰ ਵੀਜ਼ਾ ਲੱਗ ਕੇ ਆਂਦਾ ਹੈਗਾ ਪਾਸਪੋਰਟ ਦੇ ਉੱਤੇ ਨਾਲ ਇੱਕ ਲੈਟਰ ਆਂਦੀ ਹੈ if there is any change of circumstances you should inform before traveling। ਸੋ ਤੁਹਾਡੇ ਸਰਕਮਸਟੈਂਸਸ ਚੇਂਜ ਹੋ ਰਹੇ ਨੇ ਤੁਸੀਂ ਇਨਫੋਰਮ ਕਿਉਂ ਨਹੀਂ ਕਰ ਰਹੇ। ਇਸ ਚੀਜ਼ ਨੂੰ ਲੈ ਕੇ ਵੀ ਲੋਕਾਂ 'ਚ ਬਹੁਤ ਕਨਫਿਊਜ਼ਨ ਹੈ, ਖਾਸ ਤੌਰ ਤੇ ਉੱਥੇ ਉਹਨਾਂ ਨੂੰ ਸਹੀ ਗਾਈਡ ਨਹੀਂ ਕੀਤਾ ਜਾਂਦਾ ਕਿ ਜਦੋਂ ਤੁਸੀਂ ਆਪਣਾ ਸਟੱਡੀ ਪਰਮਿਟ ਲਈ ਅਪਲਾਈ ਕਰਦੇ ਹੋ ਤਾਂ ਤੁਸੀਂ ਉਹਦੇ ਵਿੱਚ ਆਪਣੀ ਮੈਰਿਜ ਸ਼ੋ ਕਰਨੀ ਹੈ ਜਾਂ ਤੁਸੀਂ ਨਹੀਂ ਕਰਨੀ। ਸਮਟਾਈਮਸ ਇਹ ਕਿਹਾ ਜਾਂਦਾ ਕਿ ਤੁਸੀਂ ਬਾਅਦ ਵਿੱਚ ਇਹਨੂੰ ਰਜਿਸਟਰ ਵੀ ਬਾਅਦ ਚੋਂ ਕਰਵਾ ਲਿਓ, ਸ਼ੋ ਵੀ ਬਾਅਦ ਵਿੱਚ ਕਰਵਾ ਲਿਓ, ਇੱਕ ਵਾਰੀ ਤੁਹਾਡਾ ਵੀਜ਼ਾ ਲੱਗ ਜਾਵੇ। ਤਾਂ ਮੈਂ ਇਹੋ ਜਿਹੀ ਗੱਲ ਤੇ ਬਿਲਕੁਲ ਅਗੇਂਸਟ ਹੈਗਾ। ਯੂ ਸ਼ੁੱਡ ਬੀ ਟਰੂਥਫੁਲ। ਕੈਨੇਡੀਅਨ ਗਵਰਨਮੈਂਟ ਮੇਰੀ ਮਿਸਰਿਪਰੈਜ਼ੈਂਟੇਸ਼ਨ ਨੂੰ ਬੜੇ ਸੀਰੀਅਸਲੀ ਲੈਂਦੀ ਹੈਗੀ। ਏਜੰਟ ਦਾ ਤੁਹਾਡੇ ਕੇਸ ਦੇ ਉੱਤੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਤੋਂ ਕੁਝ ਨਹੀਂ ਜਾਣਾ। ਸੋ ਜੇ ਉਹ ਇਹੋ ਜਿਹੀ ਚੀਜ਼ ਕਰਦੇ ਨੇ ਉਹ ਉਹਨਾਂ ਨੇ ਬਿਕੋਜ਼ ਉਹ ਤਾਂ ਰਿਪਰੈਜ਼ੈਂਟ ਵੀ ਨਹੀਂ ਕਰ ਰਹੇ ਤੁਹਾਨੂੰ ਫਾਈਲ ਦੇ ਉੱਤੇ ਔਰ ਰਿਪਰੈਜ਼ੈਂਟੇਸ਼ਨ ਤਾਂ ਤੁਹਾਡੀ ਆਪਣੀ ਫੇਕ ਈਮੇਲ ਆਈਡੀ ਬਣਾ ਕੇ ਤੁਹਾਡੇ ਨਾਮ ਤੇ ਕ੍ਰੀਏਟ ਕੀਤੀ ਗਈ ਹੈਗੀ। ਸੋ ਤੁਹਾਨੂੰ ਤਾਂ ਪਤਾ ਵੀ ਨਹੀਂ ਚੱਲੇਗਾ ਕਿ ਕਦੋਂ ਮਿਸਰਿਪਰੈਜ਼ੈਂਟੇਸ਼ਨ ਲੱਗ ਗਈ ਤੇ ਉਹਨਾਂ ਨੇ ਕੀ ਇਨਫੋਰਮੇਸ਼ਨ ਪਾਈ ਹੈ। ਸੋ ਮੇਕ ਸ਼ੋਰ ਤੁਸੀਂ ਟਰੂਥਫੁਲੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਐਂਡ ਜੇ ਤੁਹਾਨੂੰ ਕੋਈ ਏਜੰਟ ਇਹੋ ਜਿਹਾ ਕਰਨ ਨੂੰ ਕਹਿੰਦਾ ਹੈਗਾ ਤੇ ਟੈਲ ਹਿਮ ਨੋ ਆਈ ਐਮ ਮੈਰਿਡ, ਮੇਰੇ ਜੇ ਬੱਚੇ ਹੈਗੇ ਨੇ ਤੇ ਉਹ ਸਾਰਾ ਕੁਝ ਮੈਂਸ਼ਨ ਕਰੋ। ਮੈਂ ਇਹੋ ਜਿਹੇ ਤਰਨ ਜੀ ਕਈ ਕੇਸਿਸ ਦੇਖੇ ਨੇ ਜਿੱਥੇ ਵਿੱਚ ਨਾ ਤਾਂ ਮੈਰਿਜ ਹੋਈ ਹੈ ਨਾ ਬੱਚੇ ਹੈਗੇ ਨੇ ਤੇ ਫਾਈਲ ਦੇ ਵਿੱਚ ਬੱਚਿਆਂ ਦਾ ਨਾਮ ਵੀ ਗਿਆ ਹੋਇਆ, ਏਜ ਵੀ, ਡੇਟ ਆਫ ਬਰਥ ਵੀ ਗਿਆ ਹੋਇਆ, ਕਿਹੜੀ ਕਲਾਸ 'ਚ ਪੜ੍ਹਦੇ ਨੇ ਉਹ ਵੀ ਗਿਆ ਹੋਇਆ, ਸਪਾਊਸ ਕੀ ਕਰਦਾ ਉਹ ਵੀ ਗਿਆ ਹੋਇਆ। ਤੁਸੀਂ ਖਰਾਬ ਕਰ ਰਹੇ ਹੋ ਆਪਣੇ ਵਾਸਤੇ ਨਹੀਂ ਬਾਕੀ ਆਉਣ ਵਾਲੇ ਲੋਕਾਂ ਵਾਸਤੇ ਖਰਾਬ ਕਰ ਰਹੇ ਹੋ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਕਦੀ ਵੀ ਕੋਈ ਇਨਫੋਰਮੇਸ਼ਨ ਪੁੱਟ ਅਪ ਕਰਦੇ ਹੋ ਇਟ ਇਜ਼ ਟਰੂਥਫੁਲ ਬਿਕੋਜ਼ ਏਜੰਟ ਦਾ ਕੱਖ ਨਹੀਂ ਜਾਣਾ। ਜਿਹੜਾ ਏਜੰਟ ਤੁਹਾਡਾ ਫਾਈਲ ਭਰਦਾ ਪਿਆ ਹੈਗਾ ਤੁਹਾਡੇ ਵਾਸਤੇ ਨੁਕਸਾਨ ਹੈਗਾ ਆ ਐਂਡ ਜੇ ਤੁਹਾਡੇ ਤੇ ਮਿਸਰਿਪਰੈਜ਼ੈਂਟੇਸ਼ਨ ਜਾਂ ਤੁਹਾਡੇ ਤੇ ਬੈਨ ਲੱਗਦਾ 5 ਸਾਲ ਦਾ ਬੈਨ ਹੋਏਗਾ ਐਂਡ ਤੁਹਾਡੇ PR ਦੇ ਚਾਂਸਸ ਵੀ ਅੱਗੇ ਜ਼ੀਰੋ ਹੋ ਜਾਣਗੇ। ਈਵਨ ਜਿਹੜੇ ਸਪਾਊਸ ਇੰਡੀਆ 'ਚ ਬੈਠੇ ਹੋਏ ਨੇ ਉਹਨਾਂ ਦੇ ਤੇ ਹੋਣਗੇ ਜਿਹੜਾ ਇੱਥੇ ਪੜ੍ਹਾਈ ਕਰ ਰਹੇ ਨੇ ਉਹਨਾਂ ਵਾਸਤੇ ਵੀ ਬੈਨ ਲੱਗ ਸਕਦਾ ਹੈਗਾ। ਸੋ ਕੋਈ ਵੀ ਇਹੋ ਜਿਹੀ ਝੂਠੀ ਚੀਜ਼ ਨਾ ਪ੍ਰੋਵਾਈਡ ਕਰੋ ਐਂਡ ਐਸੇ ਕਰਕੇ ਤਰਨ ਜੀ ਜਿਹੜਾ ਸਪਾਊਜ਼ਲ ਐਪਲੀਕੇਸ਼ਨ ਦੇ ਉੱਤੇ ਦੁਬਾਰਾ ਇਨਵੈਸਟੀਗੇਸ਼ਨ ਸ਼ੁਰੂ ਹੋ ਗਈਆਂ ਬਿਕੋਜ਼
ਇੰਡੀਆ ਦੇ ਵਿੱਚੋਂ ਇਹੋ ਜਿਹੇ ਕੇਸਿਸ ਨਿਕਲ ਕੇ ਆਏ ਨੇ, ਤੁਹਾਨੂੰ ਯਾਦ ਹੋਏਗਾ ਕਿ ਇੱਥੇ ਤੱਕ ਇਲੈਕਸ਼ਨ ਤੱਕ ਈਵਨ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕੁਐਸਚਨ ਕੀਤਾ ਗਿਆ ਸੀਗਾ ਡਿਊਰਿੰਗ ਇਲੈਕਸ਼ਨਸ ਦੇ ਵਿੱਚ। ਸੋ ਜਦੋਂ ਇਹੋ ਜਿਹੀ ਚੀਜ਼ਾਂ ਮੀਡੀਆ ਇੰਨੀ ਪਿਕ ਕਰ ਲੈਂਦਾ ਹੈਗਾ ਤੇ ਆਫੀਸਰ ਕੀ ਕਰੇਗੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੈਗਾ ਐਂਡ they have to go into investigations, they will dig out lot of things from you। ਬਿਲਕੁਲ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸੈਕਟਰੀ ਤੋਂ ਬੋਲ ਰਿਹਾ। ਹਾਂਜੀ, ਮੈਂ ਸਭ ਤੋਂ ਕੁਐਸਚਨ ਪੁੱਛਣਾ ਸੀ ਕਿ ਸਰ ਮੇਰੇ ਨਾ ਮੇਰੇ ਨਾ ਮਦਰ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਪਹਿਲਾਂ, ਠੀਕ ਹੈ, ਤੇ ਉਹਨਾਂ ਨੇ ਉਸ ਟਾਈਮ ਅਸੀਂ ਐਕਸਟੈਂਸ਼ਨ ਲਈ ਲਾਣਾ ਸੀ ਤੇ ਉਹਨਾਂ ਨੇ ਹੈਵ ਯੂ ਐਵਰ ਯੂਜ਼ ਪਹਿਲਾਂ ਇੱਕ ਨੇਮ ਸੀ, ਅਸੀਂ ਡਿਕਲੇਅਰ ਨਹੀਂ ਕੀਤਾ ਸੀ, ਪਰ ਜਦੋਂ ਅਸੀਂ HSC ਦੀ ਫਾਈਲ ਲਾਏ ਸੀ ਉਹ 'ਚ ਐਕਸਪਲੇਨੇਸ਼ਨ ਲੈਟਰ ਤੇ ਉਹਨਾਂ ਦਾ ਪੁਰਾਣਾ ਪਾਸਪੋਰਟ ਲਾਤਾ। ਐਤਕੀ ਜਦੋਂ ਮੈਂ ਐਕਸਟੈਂਸ਼ਨ ਦੀ ਫਾਈਲ ਲਾਂਗਾ ਉਹ 'ਚ ਮੈਂ ਡਿਕਲੇਅਰ ਤਾਂ ਕਰ ਦੂੰਗਾ ਹੈਵ ਯੂ ਐਵਰ ਯੂਜ਼ ਐਨੀ ਨੇਮ, ਉਹਨਾਂ ਕੋਈ ਐਕਸਪਲੇਨੇਸ਼ਨ ਲੈਟਰ ਲਾਉਣ ਦੀ ਤਾਂ ਨਹੀਂ ਲੋੜ ਹੈਗੀ, ਕੋਈ ਪਹਿਲਾਂ ਐਕਸਪਲੇਨੇਸ਼ਨ ਲੈਟਰ ਉਹ HSC ਦੀ ਫਾਈਲ 'ਚ ਪੂਰਾ ਦੇ ਚੁੱਕੇ ਹੈ ਜੀ। ਕੁਝ ਪੁੱਛਣਾ ਹੈ ਆਨਸਰ ਦੇ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤਾ। ਥੈਂਕ ਯੂ ਜੀ ਸਰ, ਪਹਿਲਾਂ ਆਪਾਂ ਰਿਪਲਾਈ ਕਰਦੇ ਇਹਨਾਂ ਦਾ। ਤਰਨ ਜਦੋਂ ਵੀ ਕੋਈ ਅਲਿਆਸ ਤੁਸੀਂ ਯੂਜ਼ ਕਰਦੇ ਹੋ ਤੇ ਤੁਹਾਨੂੰ ਯੂ ਸ਼ੁੱਡ ਬੀ ਆਨਸਰਿੰਗ ਟਰੂਥਫੁਲੀ ਕਿ ਇਨਫੋਰਮੇਸ਼ਨ ਤੁਹਾਡਾ ਅਲਿਆਸ ਕੋਈ ਹੈਗਾ ਆ, ਉਹਦੀ ਐਕਸਪਲੇਨੇਸ਼ਨ ਜਾਣੀ ਚਾਹੀਦੀ ਹੈਗੀ ਹੈ। ਐਂਡ ਜੇ ਇੱਕ ਵਾਰੀ ਮਿਸ ਕਰ ਗਏ ਦੈਟ ਡਜ਼ ਨਾਟ ਮੀਨ ਕਿ ਇਸ ਵਾਰੀ ਤੁਸੀਂ ਮਿਸ ਕਰ ਸਕਦੇ ਹੋ, ਯੂ ਸ਼ੁੱਡ ਬੀ ਪੁਟਿੰਗ ਦੈਟ ਇਨਫੋਰਮੇਸ਼ਨ। ਬਿਲਕੁਲ ਸਰ, ਅਸੀਂ ਗੱਲਬਾਤ ਕਰ ਰਹੇ ਸੀ, ਤੁਸੀਂ ਕਿਹਾ ਸੀ ਕਿ ਇਸ ਵਕਤ ਸਰਕਾਰ ਵੀ ਕਾਫੀ ਸਖਤ ਹੋ ਗਈ ਹੈ, ਇਮੀਗ੍ਰੇਸ਼ਨ ਆਫੀਸਰਸ ਵੀ ਕਾਫੀ ਸਖਤ ਹੋ ਗਏ ਨੇ, ਕਿਉਂਕਿ ਸਵਾਲ ਬਹੁਤ ਜ਼ਿਆਦਾ ਪੁੱਛੇ ਗਏ ਨੇ। ਜੈਨੂਅਨ ਮੈਰਿਜ ਆ ਉਹਨੂੰ ਕਿਸ ਤਰੀਕੇ ਨਾਲ ਜੈਨੂਅਨ ਸ਼ੋ ਕੀਤਾ ਜਾ ਸਕਦਾ, ਕਿਉਂਕਿ ਹਰ ਫਾਈਲ ਨੂੰ ਜਦੋਂ ਸਵਾਲੀਆ ਨਜ਼ਰ ਨਾਲ ਦੇਖਿਆ ਜਾਊਗਾ ਤਾਂ ਜੈਨੂਅਨਨੈਸ ਪ੍ਰੂਫ ਕਰਨਾ ਬਹੁਤ ਮੁਸ਼ਕਿਲ ਹੋ ਜਾਊਗਾ। ਤਰਨ ਇੱਕ ਚੀਜ਼ ਯਾਦ ਰੱਖਣੀ ਹੈ ਕਿ ਪਿਛਲੇ 5-6 ਮਹੀਨਿਆਂ ਦੇ ਵਿੱਚ ਇੰਡੀਆ ਦੇ ਵਿੱਚ ਮੀਡੀਆ ਨੇ ਅੱਜ ਦੀ ਤਰੀਕ ਦੇ ਵਿੱਚ ਸੋਸ਼ਲ ਮੀਡੀਆ ਇੰਨਾ ਵੱਧ ਗਿਆ ਹੈਗਾ ਐਂਡ ਸੋਸ਼ਲ ਪਲੇਟਫਾਰਮਸ ਇੰਨੇ ਵੱਧ ਗਏ ਨੇ ਕਿ ਹਰ ਚੀਜ਼, ਹਰ ਇਨਫੋਰਮੇਸ਼ਨ ਇੰਟਰਨੈਟ ਤੇ ਅਵੇਲੇਬਲ ਹੈਗੀ ਹੈ, ਹਰ ਪਲੇਟਫਾਰਮ ਤੇ ਅਵੇਲੇਬਲ ਹੈਗੀ ਹੈ। ਸੋ ਜਦੋਂ ਇੰਡੀਆ ਦੇ ਵਿੱਚੋਂ 27000 ਕੇਸ ਜਾਂ 2700 ਕੇਸ ਇੱਕ ਦਿਨ ਦੇ ਵਿੱਚ ਰਜਿਸਟਰ ਹੁੰਦੇ ਨੇ ਤੇ ਪਤਾ ਚੱਲਦਾ ਹੈ ਤੇ ਉਹ ਖਬਰ ਰੁਕਦੀ ਨਹੀਂ ਹੈਗੀ, ਇਟ ਬਿਕਮਸ ਓਪਨ ਟੂ ਐਵਰੀਬਡੀ ਐਂਡ ਉਹ ਕੱਲੇ ਇੰਡੀਅਨ ਮੀਡੀਆ ਨੂੰ ਨਹੀਂ ਪਤਾ, ਕੈਨੇਡੀਅਨ ਮੀਡੀਆ ਨੂੰ ਵੀ ਪਤਾ, ਕੈਨੇਡੀਅਨ ਆਫੀਸਰਸ ਨੂੰ ਵੀ ਪਤਾ, ਜਿਹੜੇ ਚੰਡੀਗੜ੍ਹ ਆਫੀਸਰਸ ਬੈਠੇ ਨੇ ਉਹਨਾਂ ਨੂੰ ਵੀ ਪਤਾ ਹੈਗਾ। ਇਹਦੇ ਬਾਰੇ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਸਰੀ ਤੋਂ ਬੋਲ ਰਿਹਾ ਜੀ। ਹਾਂਜੀ, ਮੈਂ ਪੁੱਛਣਾ ਸੀ ਅੱਜ ਤੱਕ ਜਿਹੜੀ ਵਰਕ ਪਰਮਿਟ ਦੀਆਂ ਫਾਈਲਾਂ ਲੱਗੀਆਂ ਵਾ ਉਹ ਕਿੰਨਾ ਟਾਈਮ ਲੱਗ ਰਿਹਾ ਵਾ ਮੇਰੇ ਫਾਈਲ ਦੇ ਵਿੱਚ? ਇਨਸਾਈਡ ਕੈਨੇਡਾ ਦੀ ਗੱਲ ਕਰ ਰਹੇ ਹੋ? ਹਾਂਜੀ, ਇਨਸਾਈਡ ਕੈਨੇਡਾ ਜੀ। ਤੁਹਾਡਾ ਸਟੇਟਸ ਕੀ ਸੀਗਾ ਜੀ? ਆਪਣੇ ਵਾਸਤੇ ਪੁੱਛ ਰਹੇ ਹੋ? ਨਹੀਂ ਜੀ, ਕਿਸੇ ਵਾਸਤੇ ਸੀ ਕਿ ਉਹਨਾਂ ਨੇ ਕਿਹੜਾ ਅਪਲਾਈ ਕੀਤਾ ਸੀ ਵਰਕ ਪਰਮਿਟ ਲਈ। ਓਕੇ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆ ਜੀ ਸਰ। ਤਰਨ ਪਹਿਲੀ ਗੱਲ ਤਾਂ ਜਿਨ੍ਹਾਂ ਦੇ ਕੋਲ ਪਹਿਲੇ ਵਰਕ ਪਰਮਿਟ ਸੀਗਾ ਐਂਡ ਉਹਨਾਂ ਕੋਲ ਰੀਨਿਊਡ LMIA ਆਉਂਦਾ ਤੇ ਉਹ ਟੈਕਨੀਕਲੀ ਦੇ ਕੈਨ ਕੀਪ ਔਨ ਵਰਕਿੰਗ ਇਨ ਦਾ ਮੀਨ ਟਾਈਮ ਐਪਲੀਕੇਸ਼ਨ ਲਗਾਉਣ ਤੋਂ ਬਾਅਦ ਦੇ ਕੈਨ ਕੀਪ ਔਨ ਵਰਕਿੰਗ ਵਿਦ ਦਾ ਸੇਮ EMPLOYER ਐਂਡ ਈਵਨ ਜੇ ਕੋਈ ਚੇਂਜ ਆਫ EMPLOYER ਹੈਗਾ ਆ, ਤੁਸੀਂ ਵਿਦਨ ਕੈਨੇਡਾ ਹੀ ਹੈਗੇ ਹੋ ਤੇ ਤੁਹਾਡੇ ਕੋਲ ਤਾਂ ਵੀ ਐਲੀਜੀਬਿਲਟੀ ਸੀਗੀ ਬਿਕੋਜ਼ ਤੁਹਾਡੀ ਐਪਲੀਕੇਸ਼ਨਸ ਐਕਸਪਾਇਰਡ ਦੇ ਤੌਰ ਤੇ ਪ੍ਰੋਸੈਸ ਹੋ ਰਹੀਆਂ ਸੀਗੀਆਂ। ਬਟ ਜੇ ਕੋਈ ਟਰੈਵਲ ਇਨ ਕੀਤਾ ਹੈਗਾ, ਕੋਈ ਵਿਜ਼ਿਟ ਵੀਜ਼ਾ ਤੇ ਆਇਆ ਤੇ ਆ ਕੇ ਉਹਨਾਂ ਨੇ ਆਪਣਾ ਵਰਕ ਪਰਮਿਟ ਲਿੱਤਾ, LMI ਲਿੱਤਾ ਤੇ ਵਰਕ ਪਰਮਿਟ ਅਪਲਾਈ ਕੀਤਾ ਹੈਗਾ, ਉਹਦਾ ਪ੍ਰੋਸੈਸਿੰਗ ਟਾਈਮ ਅੱਜ ਦੀ ਤਰੀਕ ਦੇ ਵਿੱਚ 4 ਤੋਂ 5 ਮਹੀਨਿਆਂ ਦਾ ਚੱਲ ਰਿਹਾ ਹੈਗਾ। ਸੋ ਉਹ ਤਾਂ ਟਾਈਮ ਥੋੜਾ ਜਿਹਾ ਵਧਿਆ ਹੋਇਆ ਜੀ ਅੱਜ ਦੀ ਤਰੀਕ ਦੇ ਵਿੱਚ। ਬਟ ਇਹ ਪਾਇਲਟ ਚੱਲ ਰਿਹਾ ਇਸ ਟਾਈਮ ਤੇ, ਪਾਇਲਟ ਦੇ ਚੱਲਣ ਦੇ ਨਾਲ 28 ਫਰਵਰੀ ਤੋਂ ਪਹਿਲਾਂ ਜਿਹੜੀ ਵੀ ਫਾਈਲ ਜਾ ਰਹੀ ਹੈਗੀ ਹੈ ਉਹਦੇ ਵਿੱਚ ਵੀਜ਼ਾ ਲੱਗਣ ਦੇ ਚਾਂਸਸ, ਪ੍ਰੋਵਾਈਡਡ ਤੁਹਾਡਾ ਐਕਸਪੀਰੀਅੰਸ ਜਿਹੜਾ ਤੁਸੀਂ ਸ਼ੋਅ ਕੀਤਾ ਵਰਕ ਪਰਮਿਟ ਲੈਣ ਲੱਗਿਆ ਉਹ ਸੇਮ ਹੈਗਾ ਆ ਜਿਹੜਾ LMIA ਤੇ ਜੌਬ ਆਫਰ ਤੁਹਾਨੂੰ ਆਫਰ ਕੀਤੀ ਗਈ ਹੈ। ਸੋ ਜੇ ਸੇਮ ਹੈਗਾ ਤੇ ਚਾਂਸਸ 99% ਹੈਗੇ ਨੇ ਵੀਜ਼ਾ ਲੱਗਣ ਦੇ। ਸਰ, ਰਿਫਿਊਜ਼ਲ ਰੇਟਸ ਦੀ ਗੱਲ ਕਰੀਏ, ਨਾ ਸਿਰਫ ਇਸ ਵਕਤ ਸਪਾਊਸ ਵੀਜ਼ਾਸ ਦੇ ਉੱਤੇ ਕਾਫੀ ਜ਼ਿਆਦਾ ਸਟ੍ਰਿਕਟਨੈਸ ਹੈ। ਅਸੀਂ ਸੁਣਨ ਦੇ ਵਿੱਚ ਆਇਆ ਕਿ ਸਟੂਡੈਂਟਸ ਵੀ ਕਾਲਜਸ ਵਿੱਚ ਐਡਮਿਸ਼ਨ ਲੈ ਚੁੱਕੇ ਆ, 2-2 ਮਹੀਨੇ ਸਟੱਡੀਜ਼ ਵੀ ਕਰ ਚੁੱਕੇ ਆ, ਪਰ ਵੀਜ਼ਾ ਉਹਨਾਂ ਦਾ ਜਦੋਂ ਗੱਲ ਆਉਂਦੀ ਹੈ ਕਈਆਂ ਦੇ, ਬਹੁਤ ਸਾਰਿਆਂ ਦੇ ਰਿਫਿਊਜ਼ ਹੋ ਰਹੇ ਨੇ। ਤਰਨ ਕੁਛ ਕਾਲਜਸ ਇਹੋ ਜਿਹੇ ਸੀਗੇ ਜਿਹੜੇ ਮੌਂਟਰੀਅਲ ਦੇ ਵਿੱਚ ਜਾਂ ਕਿਊਬੈਕ ਦੇ ਵਿੱਚ ਜਿਹੜੇ ਪਿਕ ਹੋਏ ਸੀਗੇ ਕਾਲਜਸ ਜਿਨ੍ਹਾਂ ਦੇ ਉੱਤੇ ਰੈੱਡ ਫਲੈਗਿੰਗ ਹੋਈ ਸੀਗੀ। ਸੋ ਜਿਹੜੇ ਸਟੂਡੈਂਟਸ ਨੇ ਉੱਥੇ ਐਡਮਿਸ਼ਨਸ ਲਿੱਤੀਆਂ ਹੋਈਆਂ ਸੀਗੀਆਂ ਉਹ ਕਾਲਜਸ ਰੈੱਡ ਫਲੈਗ ਤੋਂ ਬਾਹਰ ਵੀ ਹੋ ਗਏ ਨੇ, ਸਟਿਲ ਉਹਨਾਂ ਦੇ ਉੱਤੇ ਹਾਲੇ ਪ੍ਰੋਸੈਸਿੰਗ ਦੇ ਵਿੱਚ ਟਾਈਮ ਲੱਗ ਰਿਹਾ ਹੈਗਾ ਬਿਕੋਜ਼ ਆਫੀਸਰਸ ਪ੍ਰੋਬਬਲੀ ਰੈੱਡ ਫਲੈਗ ਕਰਕੇ ਉਹਨੂੰ ਇੱਕ ਡਿਫਰੈਂਟ ਨਜ਼ਰੀਏ ਨਾਲ ਦੇਖ ਰਹੇ ਨੇ। ਸੋ ਜ਼ਿਆਦਾਤਰ ਫਾਈਲਾਂ ਜਿਹੜੀਆਂ ਹੈਗੀਆਂ ਉਹ ਉਹੋ ਜਿਹੇ ਕਾਲਜਸ ਦੀਆਂ ਹੈਗੀਆਂ। ਅਦਰਵਾਈਜ਼ ਜੇ ਅਸੀਂ ਕਮਿਊਨਿਟੀ ਕਾਲਜਸ ਦੀ ਗੱਲ ਕਰੀਏ ਤੇ ਆਈ ਥਿੰਕ ਬੜੀ ਜਲਦੀ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਐਂਡ ਈਵਨ ਫॉर ਸੈਪਟੈਂਬਰ ਐਂਡ ਜਨਵਰੀ ਸੈਸ਼ਨ ਦੇ ਵਿੱਚ ਕਾਫੀ ਅੱਛੀ ਸਪੀਡ ਹੈਗੀ ਹੈ ਇਸ ਟਾਈਮ ਤੇ ਵੀਜ਼ਾ ਗ੍ਰਾਂਟ ਕੀਤੇ ਜਾਂਦੇ। ਇਸ ਟਾਈਮ ਕਿਹੜੇ ਇਨਟੇਕ ਲਈ ਚੱਲ ਰਹੀਆਂ ਨੇ ਫਾਈਲਸ? ਤਰਨ ਹੁਣ ਮਈ ਦੀ ਐਡਮਿਸ਼ਨ ਸ਼ੁਰੂ ਹੋ ਜਾਣਗੀਆਂ ਜੀ, ਬਟ ਐਜ਼ ਆਫ ਟੁਡੇ ਜਿਹੜੀਆਂ ਫਾਈਲਸ ਲੱਗ ਰਹੀਆਂ ਸੀਗੀਆਂ ਉਹ ਜਨਵਰੀ ਵਾਸਤੇ ਲੱਗ ਰਹੀਆਂ ਤੇ ਜਨਵਰੀ ਵਾਸਤੇ
ਵੀਜ਼ੇ ਵੀ ਆਣੇ ਸ਼ੁਰੂ ਹੋ ਗਏ ਹੋਏ ਨੇ ਕਾਫੀ ਦੇਰ ਤੋਂ। ਸਰ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਹਾਲਾਂਕਿ ਹੁਣ ਖਤਮ ਹੋ ਚੁੱਕਿਆ ਵਾ ਤੇ ਉਹਦੇ ਵਿੱਚ ਹੁਣ ਪ੍ਰੋਸੈਸਿੰਗ ਦਾ ਸਿਸਟਮ ਸ਼ੁਰੂ ਹੋ ਚੁੱਕਿਆ। 60 ਡੇਜ਼ ਦਾ ਟਾਈਮ ਦਿੱਤਾ ਗਿਆ ਸੀ। ਸੋ ਇਸ ਵਕਤ ਇਹ ਐਪਲੀਕੇਸ਼ਨਸ ਕਿੱਥੇ ਤੱਕ ਪਹੁੰਚ ਰਹੀਆਂ ਨੇ? ਤਰਨ ਜੀ ਸੈਪਟੈਂਬਰ ਦੀ 24 ਤਰੀਕ ਤੋਂ ਸ਼ੁਰੂ ਹੋਏ ਸੀਗੇ ਇਨਵੀਟੇਸ਼ਨਸ ਆਣੇ ਐਂਡ ਅਕਤੂਬਰ ਦੀ 4th ਤੱਕ ਆਉਂਦੇ ਰਹੇ ਹੈਗੇ। ਸੋ ਬੇਸਿਕਲੀ 60 ਡੇਜ਼ ਦਾ ਟਾਈਮ ਹੈਗਾ। ਸੋ ਜਿਨ੍ਹਾਂ ਦੇ ਇਨਵੀਟੇਸ਼ਨ 24 ਸੈਪਟੈਂਬਰ ਨੂੰ ਆਏ ਸੀਗੇ ਜਾਂ 25 ਨੂੰ ਆਏ ਸੀਗੇ ਉਹ ਤੇ ਦੇ ਸ਼ੁੱਡ ਬੀ ਅਪਰੋਚਿੰਗ देयर 60 ਡੇਜ਼ ਟਾਈਮ ਪੀਰੀਅਡ। ਸੋ ਉਹਨਾਂ ਵਾਸਤੇ ਜਿਨ੍ਹਾਂ ਨੇ ਪੇਰੈਂਟਸ ਦੀ ਐਪਲੀਕੇਸ਼ਨ ਪਿਕ ਹੋਈ ਸੀ, ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਪਿਕ ਹੋਈ ਸੀ, ਉਹਨਾਂ ਨੂੰ ਇੱਕੋ ਹੀ ਸਭ ਤੋਂ ਇੰਪੋਰਟੈਂਟ ਮੈਸੇਜ ਕਿ ਤੁਹਾਡੀ ਫਾਈਲ ਚਲੀ ਗਈ ਹੋਣੀ ਚਾਹੀਦੀ ਹੈ ਹਲੇ ਤੱਕ। ਜੇ ਤੁਹਾਡੀ ਫਾਈਲ ਹਲੇ ਵੀ ਰੁਕੀ ਹੋਈ ਹੈ ਦੈਟ ਮੀਨਸ ਕਿ ਤੁਹਾਡੇ ਡਾਕੂਮੈਂਟੇਸ਼ਨ ਦੇ ਵਿੱਚ ਕੋਈ ਕਮੀ ਸੀਗੀ ਤੇ ਕਿਸੇ ਕੰਸਲਟੈਂਟ ਲਾਇਰ ਨੂੰ ਜ਼ਰੂਰ ਹਾਇਰ ਕਰ ਲਓ ਤਾਂ ਕਿ ਉਹ ਤੁਹਾਨੂੰ ਅਸਿਸਟ ਕਰ ਸਕਣ ਇਨ ਪ੍ਰੀਪੇਅਰਿੰਗ ਯੂਰ ਫਾਈਲ। ਬਿਲਕੁਲ ਸਰ, TR to PR ਦੀ ਵੀ ਥੋੜੀ ਜਿਹੀ ਗੱਲ ਕਰ ਲਈਏ। 5 ਨਵੰਬਰ ਨੂੰ ਆਲਮੋਸਟ ਖਤਮ ਹੋ ਚੁੱਕਿਆ ਹੈ ਇਹ ਪ੍ਰੋਗਰਾਮ ਤੇ ਇਹਦੇ ਵਿੱਚ ਸੋਚਿਆ ਜਾ ਰਿਹਾ ਸੀ ਕਿ ਦਸੰਬਰ ਦੇ ਵਿੱਚ ਕਈਆਂ ਨੂੰ ਇਨਵੀਟੇਸ਼ਨਸ ਵੀ ਆ ਚੁੱਕੇ ਨੇ ਤੇ ਕਈਆਂ ਦੀ PR ਵੀ ਹੋ ਚੁੱਕੀ ਹੈ, ਦਸੰਬਰ ਤੱਕ ਆ ਜਾਣੀ ਹੈ, ਕਈਆਂ ਨੂੰ ਆ ਵੀ ਚੁੱਕੇ ਨੇ। ਪਰ ਇਹਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਰਿਜੈਕਸ਼ਨ ਰੇਸ਼ੋ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਆ। ਸਟੂਡੈਂਟਸ ਤੇ ਜਿਨ੍ਹਾਂ ਨੇ 40,000 ਵਾਲੇ ਵਿੱਚ ਲਗਾਈਆਂ ਸੀ ਐਪਲੀਕੇਸ਼ਨਸ, ਉਹਨਾਂ ਦੀਆਂ ਫਾਈਲਸ ਕਾਫੀ ਜ਼ਿਆਦਾ ਰਿਫਿਊਜ਼ ਹੋ ਰਹੀਆਂ ਨੇ। ਬਿਲਕੁਲ ਹੋ ਰਹੀਆਂ ਤਰਨ ਜੀ। ਉਹਦਾ ਰੀਜ਼ਨ ਹੈਗਾ ਕਿ ਗਵਰਨਮੈਂਟ ਨੇ ਉਦੋਂ ਕਿਹਾ ਸੀਗਾ ਕਿ ਪੂਰੀ ਐਪਲੀਕੇਸ਼ਨ ਕੰਪਲੀਟ ਐਪਲੀਕੇਸ਼ਨ ਤੁਸੀਂ ਸਬਮਿਟ ਕਰਨੀ ਹੈਗੀ ਹੈ। ਜਿਨ੍ਹਾਂ ਦੀ ਐਪਲੀਕੇਸ਼ਨ ਕੰਪਲੀਟ ਨਹੀਂ ਸੀਗੀ, ਡਾਕੂਮੈਂਟੇਸ਼ਨ ਦੇ ਵਿੱਚ ਕੋਈ ਘਾਟ ਸੀਗੀ, ਜਿਨ੍ਹਾਂ ਨੇ ਐਜੂਕੇਸ਼ਨ ਦੇ ਡਾਕੂਮੈਂਟਸ ਨਹੀਂ ਸਬਮਿਟ ਕੀਤੇ, ਪੁਲਿਸ ਕਲੀਅਰੈਂਸ ਨਹੀਂ ਸਬਮਿਟ ਕੀਤਾ, ਉਹਨਾਂ ਦੀ ਫਾਈਲਸ ਰਿਫਿਊਜ਼ ਹੋ ਰਹੀਆਂ ਹੈਗੀਆਂ। ਐਂਡ ਯੂ ਆਰ ਐਬਸੋਲੂਟਲੀ ਰਾਈਟ, ਉਹ ਕਾਫੀ ਜਿਹੜਾ ਨੰਬਰ ਹੈਗਾ ਕਾਫੀ ਜ਼ਿਆਦਾ ਹੈਗਾ। ਐਂਡ ਐਸੇ ਕਰਕੇ ਸੋਚਿਆ ਜਾ ਰਿਹਾ ਸੀਗਾ ਕਿ TR to PR ਦੁਬਾਰਾ ਖੁੱਲ੍ਹਣ ਦੇ ਚਾਂਸਸ ਹੈਗੇ ਨੇ। ਐਂਡ ਮੈਂ ਤਾਂ ਇਹੋ ਜਿਹੇ ਵੀ ਲੋਕਾਂ ਨੂੰ ਜਾਣਦਾ ਹੈਗਾ ਜਿਹੜਾ ਨੇ ਫਾਈਲਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਦ ਕਿ ਹਲੇ ਪ੍ਰੋਗਰਾਮ ਕੋਈ ਉਲੀਕਿਆ ਨਹੀਂ ਗਿਆ ਫॉर द ਨਿਊ ਇਨਟੇਕਸ ਜਿਹੜੇ ਨਵੇਂ ਹੋਰ ਐਪਲੀਕੇਸ਼ਨ ਲਿੱਤੀਆਂ ਨੇ। ਹਾਲੇ ਗਵਰਨਮੈਂਟ ਵੱਲੋਂ ਕੋਈ ਡਿਸੀਜਨ ਨਹੀਂ ਹੈਗਾ ਬਟ ਕੁਝ ਏਜੰਟ ਆਪਣੇ ਆਪ ਹੀ ਡਿਸੀਜਨ ਲੈ ਕੇ ਉਹ ਫਾਈਲਾਂ ਰਿਟੇਨ ਕਰੀ ਜਾ ਰਹੇ ਨੇ। ਐਬਸੋਲੂਟਲੀ ਹਾਲੇ ਤੱਕ ਕੋਈ ਇਹੋ ਜਿਹਾ ਗਵਰਨਮੈਂਟ ਦਾ ਡਿਸੀਜਨ ਕੋਈ ਨਹੀਂ ਆਇਆ। ਬਟ ਯੈਸ ਆਪਣੇ ਡਾਕੂਮੈਂਟੇਸ਼ਨਸ ਪੂਰੇ ਤਿਆਰ ਰੱਖੋ। ਤੁਹਾਡੇ ਕੋਲ ਤੁਹਾਡੇ ਪੁਲਿਸ ਕਲੀਅਰੈਂਸ, ਤੁਹਾਡੇ ਡਾਕੂਮੈਂਟੇਸ਼ਨਸ, ਤੁਹਾਡਾ ਆਈਲੈਟ ਦਾ ਸਕੋਰ ਕਾਰਡ, ਤੁਹਾਡੀ ਡਿਗਰੀ ਵੈਲੂਏਸ਼ਨਸ, ਤੁਹਾਡੀ ਸਾਰੀਆਂ ਚੀਜ਼ਾਂ ਮਾਰਕਡ ਹੋਣੀਆਂ ਚਾਹੀਦੀਆਂ ਜਾ ਕੇ ਜੇ ਇਨ ਕੇਸ ਉਹ ਐਪਲੀਕੇਸ਼ਨ ਖੋਲ੍ਹਦੀਆਂ ਹੈਗੀਆਂ। ਪਿਛਲੀ ਵਾਰ ਦੀ ਤਰ੍ਹਾਂ 40,000 ਐਪਲੀਕੇਸ਼ਨ 24 ਘੰਟਿਆਂ ਦੇ ਅੰਦਰ ਪੂਰੀਆਂ ਹੋ ਗਈਆਂ ਸੀਗੀਆਂ। ਸੋ ਬੀ ਪ੍ਰੀਪੇਅਰਡ, ਜੇ ਇਨ ਕੇਸ ਉਹ ਐਪਲੀਕੇਸ਼ਨਸ ਖੋਲ੍ਹਦੀਆਂ ਯੂ ਸ਼ੁੱਡ ਬੀ ਪ੍ਰੀਪੇਅਰਡ ਉਹਦਾ ਐਡਵਾਂਟੇਜ ਲੈਣ ਵਾਸਤੇ। ਬਿਲਕੁਲ ਜੀ, ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਸਚਿਤ ਬੋਲ ਰਿਹਾ ਜੀ। ਹਾਂਜੀ ਸਰ। ਮੈਂ ਇੱਕ ਕੁਐਸਚਨ ਪੁੱਛਣਾ ਸੀ। ਇੱਕ ਖਬਰ ਚੱਲ ਰਹੀ ਸੀ ਵੀ ਜਿਹੜੇ ਵਿਜ਼ਟਰ ਜਾਂ ਸੁਪਰ ਵੀਜ਼ਾ ਤੇ ਆਏ ਹੋਏ ਨੇ ਉਹ ਇੱਥੇ ਕੰਮ ਕਰ ਸਕਦੇ ਨੇ ਟੈਕਸ ਪੇ ਕਰਕੇ। ਇਹ ਗੱਲ ਸਹੀ ਹੈ ਕਿ ਗਲਤ ਹੈ, ਪੁੱਛਣਾ ਸੀ। ਸਰ ਕੁਝ ਪੁੱਛਣਾ ਹੈ, ਆਂਸਰ ਦਈਏ। ਭਾਈ ਤੁਹਾਡਾ ਨਾਮ ਕੀ ਹੈਗਾ? ਮੇਰਾ ਨਾਮ ਰਾਜ ਕੁਮਾਰ ਹੈ ਜੀ। ਓਕੇ ਭਾਈ, ਸੁਣੋ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕੀਤੀ ਹੈ ਜੀ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ, ਅਸੀਂ ਉਹਨਾਂ ਦੀ ਵੀ ਕਾਲ ਲੈ ਲੈਂਦੇ ਹਾਂ। ਸੋ ਸਰਵਰ ਟੀਮ ਨੂੰ ਕਹਾਂਗੇ ਕਾਲਸ ਫਾਰਵਰਡ ਕੀਤੀਆਂ ਜਾਣ। ਮਾਫੀ ਚਾਹਾਂਗੇ, ਫੋਨ ਡਿਸਕਨੈਕਟ ਹੋ ਗਿਆ। ਸਰ ਇਹਨਾਂ ਦਾ ਪਹਿਲਾਂ ਆਪਾਂ ਆਂਸਰ ਦੇ ਦਈਏ। ਤਰਨ ਸੋਸ਼ਲ ਮੀਡੀਆ ਤੇ ਉੱਤੇ ਇੰਨੀਆਂ ਫੇਕ ਚੀਜ਼ਾਂ ਚੱਲ ਰਹੀਆਂ ਮੈਂ ਦੱਸ ਵੀ ਨਹੀਂ ਸਕਦਾ। ਐਂਡ ਦਿਸ ਇਜ਼ ਐਬਸੋਲੂਟਲੀ ਫੇਕ ਰਾਜਕੁਮਾਰ ਜੀ। ਕੋਈ ਇਹੋ ਜਿਹੇ ਵਿੱਚ ਸੱਚਾਈ ਨਹੀਂ ਹੈਗੀ। ਪਤਾ ਨਹੀਂ ਕਿਹੜੇ ਕਿਹੜੇ ਬੰਦੇ ਸੋਸ਼ਲ ਮੀਡੀਆ ਪਲੇਟਫਾਰਮਸ ਬਲੌਗਸ ਚਲਾਉਣਾ ਸ਼ੁਰੂ ਹੋ ਗਏ ਨੇ ਐਂਡ ਦੇ ਕ੍ਰੀਏਟ ਨਿਊਜ਼ ਐਂਡ ਲੋਕੀ ਉਹਨਾਂ ਨੂੰ ਫੋਲੋ ਵੀ ਕਰਨੇ। ਫੋਲੋ ਇਸ ਵਾਸਤੇ ਕਰਦੇ ਹੈਗੇ, ਭਲੀ ਜਨਤਾ ਹੈਗੀ ਹੈ, ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਹੋ ਸਕਦਾ ਇਸ ਚੀਜ਼ ਦੀ ਕੋਈ ਸੱਚਾਈ ਹੋਵੇ। ਸੋ ਐਸੇ ਨੂੰ ਚੱਕ ਕੇ ਆਈ ਡੋਂਟ ਨੋ ਹਾਊ ਦੇ ਯੂਜ਼, ਹਾਊ ਦੇ ਪਲੇ ਵਿਦ ਇਟ, ਬਟ ਇਟਸ ਐਬਸੋਲੂਟਲੀ ਰੋਂਗ। ਕੋਈ ਇਨਫੋਰਮੇਸ਼ਨ ਐਜ਼ ਆਫ ਟੂਡੇ ਨਹੀਂ ਹੈਗੀ ਫਰੋਮ IRCC ਕੇ ਵਿਜ਼ਟਰ ਆ ਕੇ ਟੈਕਸ ਪੇ ਕਰ ਸਕਦਾ ਤੇ ਕੰਮ ਕਰ ਸਕਦਾ। ਇਹ ਜ਼ਰੂਰ ਸੀਗਾ ਕਿ ਪ੍ਰੋਵੀਜ਼ਨ ਹੋਈ ਸੀ ਕਿ ਜਿਹੜੇ ਵਿਜ਼ਟਰਸ ਨੇ ਇੱਥੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ। 100% ਤਰਨ ਜੀ, ਜਿਹੜੇ ਵਿਜ਼ਟਰ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਇਹ ਪਾਇਲਟ ਐਕਸਟੈਂਡ ਕੀਤਾ ਗਿਆ ਟਿਲ 28th of February। ਸੋ ਜੇ ਉਹਨਾਂ ਨੂੰ ਜੌਬ ਆਫਰ ਕੋਈ ਮਿਲਦੀ ਹੈਗੀ, LMIA ਮਿਲਦਾ ਹੈਗਾ ਤੇ ਉਹਨਾਂ ਦੇ ਵਰਕ ਪਰਮਿਟ ਲੱਗਣ ਦੇ ਚਾਂਸਸ 99% ਹੈਗੇ ਨੇ ਇਸ ਟਾਈਮ ਤੇ, ਪ੍ਰੋਵਾਈਡਡ ਉਹਨਾਂ ਕੋਲ LMIA ਹੋਵੇ। ਗੱਲ ਕਰਾਂਗੇ ਇਹਦੇ ਬਾਰੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਡਮ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਬੇਟੀ ਨੇ 6 ਮਈ ਨੂੰ ਲਾਈ ਸੀ ਫਾਇਰ ਪ੍ਰੋਗਰਾਮ ਤੇ ਹਜੇ ਤੱਕ ਕੋਈ ਅਪਡੇਟ ਨਹੀਂ ਆਈ। ਕਦੋਂ ਕਰਾਉਣ ਦੀ ਚਾਂਸ ਹੈ? ਕਿਹੜੇ ਪ੍ਰੋਗਰਾਮ ਚਲਾਈ ਸੀ ਜੀ? ਜੇ 6 ਮਈ ਨੂੰ ਪ੍ਰੋਗਰਾਮ ਸੀਗਾ ਕੈਨੇਡਾ, ਸਰ ਕਿਹੜਾ ਜਿਹੜੇ 90,000 ਫਾਈਲਾਂ ਲਈਆਂ ਸੀ। ਠੀਕ ਹੈ, TR to PR ਲਾਈ ਸੀ ਤੇ ਅਜੇ ਤੱਕ ਕੁਝ ਵੀ ਨਹੀਂ ਆਇਆ। ਕੋਈ ਅਪਡੇਟ ਨਹੀਂ ਆਈ ਹੈ ਤੱਕ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਜੀ ਸਰ। ਤਰਨ TR to PR ਦੀ ਜਿੰਨੀਆਂ ਵੀ ਫਾਈਲਾਂ ਲੱਗੀਆਂ ਸੀਗੀਆਂ 5 ਮਈ ਨੂੰ 6 ਮਈ ਨੂੰ ਉਹੀ ਲੱਗੀਆਂ ਸੀਗੀਆਂ ਜਿਹੜੀਆਂ 40,000 ਐਪਲੀਕੇਸ਼ਨ ਸਟੂਡੈਂਟ ਦੀਆਂ ਜਿਨ੍ਹਾਂ ਦੇ ਕੋਲ ਜੌਬ ਆਫਰ ਸੀਗੀ ਜਾਂ ਜਿਹੜੇ ਕੰਮ ਕਰਦੇ ਇੱਕ ਦਿਨ ਵੀ ਹੋਇਆ ਸੀਗਾ ਉਹ ਐਪਲੀਕੇਸ਼ਨ ਐਲੀਜੀਬਲ ਸੀਗੇ, ਪ੍ਰੋਵਾਈਡਡ ਉਹਨਾਂ ਕੋਲ ਆਈਲੈਟ ਤੇ ਪੁਲਿਸ ਕਲੀਅਰੈਂਸ ਸੀਗਾ।
ਸੋ 24 ਘੰਟਿਆਂ ਦੇ ਵਿੱਚ ਉਹ 40,000 ਐਪਲੀਕੇਸ਼ਨਸ ਪੂਰੀਆਂ ਹੋ ਗਈਆਂ ਸੀਗੀ ਜੀ, ਉਹਨਾਂ ਤੇ ਕੰਮ ਹੋ ਰਿਹਾ ਐਂਡ ਉਹ 'ਤੇ ਡਿਸੀਜਨ ਵੀ ਆ ਰਿਹਾ। ਉਹਨਾਂ ਦੀ ਅਸੀਂ ਗੱਲ ਕਰਦੇ ਹਟੇ ਹਾਂ ਕਿ ਜੇ ਤੁਹਾਡੀ ਐਪਲੀਕੇਸ਼ਨ ਕੰਪਲੀਟ ਸੀਗੀ ਇਨ ਆਲ ਰਿਸਪੈਕਟ, ਤੇ ਤੁਹਾਡੀ ਬੇਟੀ ਨੂੰ ਵੀਜ਼ਾ ਆ ਜਾਣਾ ਚਾਹੀਦਾ ਹੈਗਾ, ਪਾਸਪੋਰਟ ਰਿਕੁਐਸਟ ਆ ਜਾਣੀ ਚਾਹੀਦੀ ਹੈਗੀ। ਬਟ ਜੇ ਇਨਕੰਪਲੀਟ ਸੀਗੀ ਤੇ ਰਿਫਿਊਜ਼ਲ ਵੀ ਆਉਣ ਦੇ ਚਾਂਸਸ ਹੈਗੇ ਨੇ। ਬਿਲਕੁਲ, ਅਸੀਂ ਗੱਲ ਕਰ ਰਹੇ ਸੀ ਵਰਕ ਪਰਮਿਟ ਲਈ ਜਿਹੜੇ ਵਿਜ਼ਟਰਸ ਵੀਜ਼ਾ ਤੇ ਉਰੇ ਆਏ ਹੋਏ ਨੇ। ਹਜੇ ਤੁਸੀਂ ਕਿਹਾ ਕਿ ਫੈਬ ਤੱਕ ਹਜੇ ਇਹ ਆਪਸ਼ਨ ਹੈਗਾ, ਤੇ ਜੇਕਰ ਤੁਹਾਡੇ ਕੋਲ LMI ਹੈ ਤਾਂ ਤੁਸੀਂ ਕਰ ਸਕਦੇ ਹੋ। ਬਿਲਕੁਲ ਤਰਨ ਜੀ, ਇਸ ਟਾਈਮ ਤੇ ਵਿਜ਼ਟਰਸ ਨੂੰ ਇੱਕ ਐਡਵਾਂਟੇਜ ਹੈਗਾ। ਪਬਲਿਕ ਪਾਲਿਸੀ ਦੇ ਤਹਿਤ ਇਹ ਪ੍ਰੋਗਰਾਮ ਸੀਗਾ ਜਿਹੜਾ ਉਲੀਕਿਆ ਗਿਆ ਸੀ ਗਵਰਨਮੈਂਟ ਨੂੰ ਵੱਲੋਂ, ਬਿਕੋਜ਼ ਜਿਹੜੇ ਵੀ ਵਿਦਨ ਕੈਨੇਡਾ ਐਪਲੀਕੈਂਟ ਸੀਗੇ, ਬਿਜ਼ਨੈਸਿਸ ਬੜੀ ਬੁਰੀ ਤਰ੍ਹਾਂ ਸਫਰ ਕਰ ਰਹੇ ਸੀਗੇ ਬਿਕੋਜ਼ ਬਿਜ਼ਨੈਸਿਸ ਦੇ ਕੋਲ ਵਰਕ ਫੋਰਸ ਨਹੀਂ ਸੀਗੀ। ਸੋ ਉਹਦੇ ਕਰਕੇ ਗਵਰਨਮੈਂਟ ਨੇ ਡਿਸੀਜਨ ਲਿੱਤਾ ਸੀਗਾ, ਪ੍ਰੀਵੀਅਸ ਗਵਰਨਮੈਂਟ ਮਿਸਟਰ ਮਾਰਕੋ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸੀ, that government took the decision ਕਿ we should be implementing and giving out visas to those ਜਿਨ੍ਹਾਂ ਦੇ ਕੋਲ ਜਿਹੜੇ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ ਐਂਡ ਜਿਨ੍ਹਾਂ ਨੂੰ ਕੋਈ ਕੈਨੇਡੀਅਨ EMPLOYER LMIA ਦਿੰਦਾ ਹੈਗਾ। ਸੋ ਉਹ ਵਰਕ ਪਰਮਿਟ ਦੀ ਪਾਲਿਸੀ 28 ਫੈਬਰਰੀ 2022 ਤੱਕ ਐਕਸਟੈਂਡ ਕਰ ਦਿੱਤੀ ਗਈ ਹੈ ਪਬਲਿਕ ਪਾਲਿਸੀ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਵੀ ਵਿਜ਼ਟਰ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਜੇ ਉਹਨਾਂ ਨੂੰ ਕੈਨੇਡੀਅਨ EMPLOYER ਤੋਂ LMIA ਮਿਲਦਾ, ਯੈਸ ਉਹਨਾਂ ਦੇ ਵਰਕ ਪਰਮਿਟ ਲੱਗਣ ਦੇ ਚਾਂਸਸ ਬਹੁਤ ਹਾਈ ਹੈਗੇ ਨੇ। ਬਿਲਕੁਲ ਸਰ, ਤੇ ਇੱਕ ਸਵਾਲ ਹੋਰ ਹੈ ਕਿ ਜਿਹੜੇ ਇਨਵੈਸਟਮੈਂਟ ਬੇਸ ਦੇ ਉੱਤੇ ਇੱਥੇ ਆਉਣਾ ਚਾਹੁੰਦੇ ਨੇ, ਇਨਵੈਸਟਮੈਂਟ ਨੂੰ ਲੈ ਕੇ ਕੀ ਆਪਸ਼ਨਸ ਕੈਨੇਡਾ ਵਿੱਚ ਹੈਗੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਤਰਨ ਜੀ, ਅਸੀਂ ਐਡਮਿੰਟਨ ਤੋਂ ਬੋਲ ਰਹੇ ਹਾਂ। ਹਾਂਜੀ, ਅਸੀਂ ਪੁੱਛਣਾ ਚਾਹੁੰਦੇ ਸੀ ਸਿਟੀਜ਼ਨ ਲਈ ਵੀਜ਼ਾ ਮਿਲ ਰਿਹਾ ਇੰਡੀਆ ਦਾ ਕਿ ਨਹੀਂ, ਕੈਨੇਡਾ ਸਿਟੀਜ਼ਨ? ਇੰਡੀਆ ਦਾ ਵੀਜ਼ਾ ਇਹ ਤੁਸੀਂ ਇੰਡੀਅਨ ਕੌਂਸੂਲੇਟ ਤੋਂ ਸਵਾਲ ਕਰੋ ਜੀ, ਉਹ ਤੁਹਾਨੂੰ ਜ਼ਿਆਦਾ ਬੈਟਰ ਵੇ ਨਾਲ ਦੱਸ ਸਕਦੇ ਨੇ। ਕਈ ਵੀਜ਼ਾ ਉਹਨਾਂ ਨੇ ਰੱਦ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਦੁਬਾਰਾ ਤੁਹਾਨੂੰ ਅਪਲਾਈ ਕਰਨਾ ਪੈਣਾ ਆ। ਸੋ ਤੁਸੀਂ ਜੇਕਰ ਤੁਹਾਡਾ ਲੱਗਿਆ ਵੀ ਹੋਇਆ ਜਾਂ ਤੁਸੀਂ ਲਗਾਉਣਾ, ਉਹਨਾਂ ਨਾਲ ਡਾਇਰੈਕਟਲੀ ਕੰਟੈਕਟ ਕਰੋ। ਨਹੀਂ, ਅਸੀਂ ਲਗਵਾਉਣਾ ਹੈ। ਤੁਸੀਂ ਹਾਂਜੀ ਇੰਡੀਅਨ ਕੌਂਸੂਲੇਟ ਨਾਲ ਕੰਟੈਕਟ ਕਰੋ, ਉਹੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣਗੇ। ਅਸੀਂ ਇਸ ਵਕਤ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਹੀ ਗੱਲ ਕਰ ਰਹੇ ਹਾਂ। ਸੋ ਇਹਦੇ ਬਾਰੇ ਹਾਂਜੀ ਜਾਣਕਾਰੀ ਜਾਂ ਤਾਂ ਕੋਈ ਇੰਡੀਅਨ ਕੰਸਲਟੈਂਟ ਨਾਲ ਤੁਸੀਂ ਗੱਲ ਕਰ ਲਓ ਜਿਹੜਾ ਇੰਡੀਆ ਦੇ ਲਾਅ ਬਾਰੇ ਜਾਣਦਾ ਹੋਵੇ, ਜਾਂ ਤੁਸੀਂ ਗੱਲ ਕਰ ਸਕਦੇ ਹੋ ਇੰਡੀਅਨ ਕੌਂਸੂਲੇਟ। ਵੈਸੇ ਇੰਡੀਅਨ ਕੌਂਸੂਲੇਟ ਨਾਲ ਗੱਲ ਕਰੋ, ਉਹੀ ਤੁਹਾਨੂੰ ਸਿੱਧਾ ਸਪਸ਼ਟ ਜਵਾਬ ਦੇਣਗੇ। ਥੈਂਕ ਯੂ ਜੀ ਕਾਲ ਕਰਨ ਲਈ, ਥੈਂਕ ਯੂ ਸੋ ਮਚ। ਸਰ ਇਨਵੈਸਟਮੈਂਟ ਪਰਪਸ ਦੀ ਗੱਲ ਕਰ ਰਹੀ ਸੀ ਤਰਨ, ਬਿਜ਼ਨਸਮੈਨ ਵਾਸਤੇ ਅੱਜ ਦੀ ਤਰੀਕ ਦੇ ਵਿੱਚ 4 ਆਪਸ਼ਨਸ ਐਗਜ਼ਿਸਟ ਕਰਦੀਆਂ ਪਈਆਂ। ਸੋ ਅਸੀਂ ਸਭ ਤੋਂ ਪਹਿਲੇ ਤੇ ਗੱਲ ਕਰੀਏ PNP। ਹਰ ਪ੍ਰੋਵਿੰਸ ਦਾ PNP ਪ੍ਰੋਗਰਾਮ ਐਗਜ਼ਿਸਟ ਕਰਦਾ ਐਂਟਰਪ੍ਰੀਨਿਓਰ ਵਾਸਤੇ। ਹੁਣ ਉਹਦੇ ਵਿੱਚ ਡਿਫਰੈਂਟ ਪ੍ਰੋਗਰਾਮਸ ਹੈਗੇ ਨੇ, ਹਰ ਪ੍ਰੋਵਿੰਸ ਦਾ ਡਿਫਰੈਂਟ ਰਿਕੁਆਇਰਮੈਂਟਸ ਹੈਗੀਆਂ, ਬਟ ਮੋਸਟਲੀ ਜਿੰਨੇ ਵੀ ਪੁਆਇੰਟ ਸਿਸਟਮ ਬੇਸਡ ਪ੍ਰੋਗਰਾਮਸ ਹੈਗੇ ਨੇ। ਐਂਡ PNP ਇੱਕ ਇਹੋ ਜਿਹਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਗਵਰਨਮੈਂਟ ਹਰ ਪ੍ਰੋਵਿੰਸ ਦੀ ਤਕਰੀਬਨ 100, 125, 150 ਮੈਕਸਿਮਮ 200 ਐਪਲੀਕੇਸ਼ਨਸ ਪੂਰੇ ਸਾਲ ਦੇ ਵਿੱਚ ਪਿਕ ਕਰਦੀਆਂ ਹੈਗੀਆਂ। ਹੁਣ ਦੂਸਰਾ ਪ੍ਰੋਗਰਾਮ ਆ ਗਿਆ ਜਿਹਦੇ ਵਿੱਚ ਕਹਿੰਦੇ ਅਸੀਂ ਓਨਰ ਆਪਰੇਟਰ। ਓਨਰ ਆਪਰੇਟਰ ਪ੍ਰੋਗਰਾਮ ਹੈਗਾ ਕਿ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਬਿਜ਼ਨਸ ਬਾਏ ਕੀਤਾ, ਉਹਦੇ ਬੇਸ ਤੇ ਤੁਸੀਂ ਵਰਕ ਪਰਮਿਟ ਅਪਲਾਈ ਕੀਤਾ। ਐਂਡ ਤੀਸਰਾ ਪ੍ਰੋਗਰਾਮ ਹੈਗਾ ਜੀ ਇੰਟਰਾ ਕੰਪਨੀ ਟ੍ਰਾਂਸਫਰ। ਜਿਹੜਾ ਬਿਜ਼ਨਸ ਤੁਸੀਂ ਇੰਡੀਆ, ਬੈਕ ਹੋਮ, ਕਿਸੇ ਕੰਟਰੀ, ਪਾਕਿਸਤਾਨ, ਮਿਡਲ ਈਸਟ, ਕਿਤੇ ਵੀ ਤੁਸੀਂ ਰਹਿੰਦੇ ਹੈਗੇ ਹੋ, ਤੁਸੀਂ ਸੇਮ ਬਿਜ਼ਨਸ ਐਕਸਪੈਂਡ ਕਰਨਾ ਚਾਹੁੰਦੇ ਹੋ ਤੇ ਤੁਸੀਂ ਇੰਟਰਾ ਕੰਪਨੀ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ, ਪ੍ਰੋਵਾਈਡਡ ਤੁਸੀਂ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰੋ, ਕੰਪਨੀ ਰਜਿਸਟਰ ਕਰੋ ਕੈਨੇਡਾ ਦੇ ਵਿੱਚ, ਬਿਜ਼ਨਸ ਪਲਾਨ ਸਬਮਿਟ ਕਰੋ। ਐਂਡ ਉਹਦੇ ਵਿੱਚ ਪੂਰੀ ਇਨਫੋਰਮੇਸ਼ਨ ਜਾਂਦੀ ਹੈ ਕਿ ਤੁਹਾਡੀ ਬੈਕ ਹੋਮ ਦੇ ਕਿੰਨੇ EMPLOYEES ਹੈਗੇ ਨੇ, ਕਿੰਨੀ ਰੈਵਨਿਊ ਹੈਗੀ ਹੈ, ਪੂਰੀ ਡਿਟੇਲਸ ਜਾਂਦੀਆਂ ਹੈਗੀਆਂ। ਐਂਡ ਉਸ ਤੋਂ ਬਾਅਦ ਵਰਕ ਪਰਮਿਟ ਗ੍ਰਾਂਟ ਕੀਤਾ ਜਾਂਦਾ ਹੈ। ਜੀ ਗੱਲ ਕਰਾਂਗੇ ਇਹਦੇ ਬਾਰੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਕਿੱਥੋਂ ਤੋਂ ਬੋਲਦੇ ਜੀ? ਹਾਂਜੀ, ਮੈਂ ਜੀ ਪੁੱਛਣਾ ਚਾਹੁੰਦਾ ਸੀ, ਅਸੀਂ ਸੁਪਰਵਾਈਜ਼ਰ ਤੇ ਇੱਥੇ ਆਏ ਹੋਏ ਆ ਤੇ ਉਹ ਸਾਡਾ ਨਾ ਸਟੇਟ ਵੀਜ਼ਾ ਖਤਮ ਹੋ ਗਿਆ, ਉਸ ਨਵੀਂ ਐਕਸਟੈਂਸ਼ਨ ਪਾਈ ਹੈਗੀ ਆ ਤੇ ਅਸੀਂ ਇੰਡੀਆ ਜਾਣਾ ਚਾਹੁੰਦੇ ਹਾਂ। ਕਿ ਸਾਨੂੰ ਵੀ ਐਕਸਟੈਂਸ਼ਨ ਰਿਪੀਟ ਕਰਨ ਦੀ ਲੋੜ ਆ ਤੇ ਅਸੀਂ ਉਸ ਤੋਂ ਨਾਲ ਜਾ ਸਕਦੇ ਹਾਂ? ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਹਾਂਜੀ, ਥੈਂਕ ਯੂ ਜੀ। ਜੀ ਸਰ, ਆਪਾਂ ਬਿਜ਼ਨਸ ਬਾਰੇ ਗੱਲ ਕਰੀਏ ਕਿ ਇਹ ਪਹਿਲੇ ਆਨਸਰ ਦੇ ਦਈਏ? ਓਕੇ ਜੀ, ਇਹਨਾਂ ਵਾਸਤੇ ਆਨਸਰ ਹੈਗਾ ਜੀ, ਤੁਸੀਂ ਜੇ ਐਪਲੀਕੇਸ਼ਨ ਐਕਸਟੈਂਸ਼ਨ ਦੀ ਪਾਈ ਹੋਈ ਹੈ ਉਹ ਨਾਲ ਲੈ ਕੇ ਤੁਸੀਂ ਟਰੈਵਲ ਕਰ ਸਕਦੇ ਹੋ। ਇਨ ਦਾ ਮੀਨ ਟਾਈਮ ਤੁਹਾਡਾ ਵੀਜ਼ਾ ਆਂਦਾ ਰਹੇਗਾ, ਯੂ ਆਰ ਓਕੇ ਟੂ ਟਰੈਵਲ। ਐਂਡ ਜੇ ਐਪਲੀਕੇਸ਼ਨ ਜਿਹੜੀ ਪਾਈ ਹੋਈ ਸੀ ਉਹਦੀ ਕਾਪੀ ਆਪਣੇ ਕੋਲ ਸੰਭਾਲ ਕੇ ਜ਼ਰੂਰ ਰੱਖਿਆ ਜਾਏ। ਬਿਲਕੁਲ ਜੀ, ਆਪਾਂ ਵਾਪਸ ਬਿਜ਼ਨਸ ਪ੍ਰੋਗਰਾਮ ਤੇ ਆਈਏ। ਓਕੇ, ਹੁਣ ਚੌਥਾ ਪ੍ਰੋਗਰਾਮ ਜਿਹੜਾ ਹੈਗਾ ਤਰਨ ਜੀ, ਉਹ ਹੈਗਾ ਸਟਾਰਟਅਪ ਵੀਜ਼ਾ। ਸਟਾਰਟਅਪ ਵੀਜ਼ਾ ਇੱਕ ਇਹੋ ਜਿਹਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਤੁਹਾਡੀ ਐਜੂਕੇਸ਼ਨ ਘੱਟ ਹੈਗੀ ਹੈ, ਡਜ਼ ਨਾਟ ਮੈਟਰ। ਤੁਹਾਡਾ ਬਿਜ਼ਨਸ ਬਹੁਤ ਵੱਡਾ ਨਹੀਂ ਹੈਗਾ, ਡਜ਼ ਨਾਟ ਮੈਟਰ। ਤੁਹਾਡੇ ਆਈਲੈਟਸ ਦੇ 5 ਬੈਂਡ ਜ਼ਰੂਰ ਚਾਹੀਦੇ ਨੇ। ਦਿਸ ਇਜ਼ ਦੀ ਓਨਲੀ ਪ੍ਰੋਗਰਾਮ ਜਿਹਦੇ ਵਿੱਚ ਐਪਲੀਕੈਂਟ ਸਟ੍ਰੇਟ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਲੈਂਡ ਕਰ ਸਕਦਾ। ਬਾਕੀ ਐਂਟਰਪ੍ਰੀਨਿਓਰ PNPs ਦੇ ਵਿੱਚ ਗੱਲ ਕਰ ਲਈਏ, ਇੰਟਰਾ ਕੰਪਨੀ ਟ੍ਰਾਂਸਫਰ ਦੇ ਵਿੱਚ ਗੱਲ ਕਰ ਲਈਏ, ਓਨਰ ਆਪਰੇਟਰ ਦੇ ਵਿੱਚ ਗੱਲ ਕਰ ਲਈਏ, ਪਹਿਲੇ ਵਰਕ ਪਰਮਿਟ ਮਿਲੇਗਾ। ਵਰਕ ਪਰਮਿਟ ਤੋਂ ਬਾਅਦ ਤੁਸੀਂ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ ਸਕਦਾ ਤੁਸੀਂ ਕਰੋ, ਹੋ ਸਕਦਾ ਤੁਸੀਂ ਨਾ ਕਰੋ। ਐਂਡ ਉਹ ਵੀ ਡਿਪੈਂਡ ਕਰੇਗਾ ਕਿ ਤੁਸੀਂ PNP ਦੇ ਥਰੂ ਪਿਕ ਹੋ ਰਹੇ ਹੋ ਜਾਂ ਤੁਸੀਂ ਐਕਸਪ੍ਰੈਸ ਐਂਟਰੀ ਦੇ। ਐਕਸਪ੍ਰੈਸ ਐਂਟਰੀ ਦੇ ਵਿੱਚ ਜੇ ਜਾ ਰਹੇ ਹੋ ਤੇ ਏਜ ਜ਼ਿਆਦਾ ਹੈਗੀ ਹੈ, ਐਜੂਕੇਸ਼ਨ ਘੱਟ ਹੈਗੀ ਹੈ, ਜਾਂ ਆਇਲਟ ਦੇ ਉਹਨੇ ਬੈਂਡਸ ਨਹੀਂ ਲੈ ਸਕਦੇ ਤੇ ਤੁਹਾਡੀ PR ਪੋਸੀਬਲ ਨਹੀਂ ਹੋਏਗੀ। ਸੋ ਤੁਸੀਂ ਟੈਂਪਰੇਰੀਲੀ ਆਪਣੇ ਵਾਸਤੇ ਸਿਰਫ ਵਰਕ ਪਰਮਿਟ ਲੈਣ ਜਾ ਰਹੇ ਹੈਗੇ ਹੋ।
ਸੋ ਤੁਸੀਂ ਸਾਰੀ ਚੀਜ਼ਾਂ ਨੂੰ ਇਵੈਲੂਏਟ ਕਰਨਾ, ਜਿਹੜੇ ਵੀ ਕੰਸਲਟੈਂਟ ਲਾਇਰ ਨਾਲ ਤੁਸੀਂ ਡੀਲ ਕਰਦੇ ਹੋ ਮੇਕ ਸ਼ੋਰ ਕਿ ਉਹ ਤੁਹਾਨੂੰ ਇਵੈਲੂਏਟ ਕਰਕੇ ਦੱਸੇ ਕਿ ਤੁਹਾਡੇ ਵਾਸਤੇ ਬੈਸਟ ਆਪਸ਼ਨ ਕਿਹੜੀ ਹੈਗੀ ਹੈ। ਸਟਾਰਟਅਪ ਵੀਜ਼ਾ ਸਾਊਂਡਸ ਲਾਈਕ ਅ ਵੈਰੀ ਗੁੱਡ ਆਪਸ਼ਨ ਬਿਕੋਜ਼ ਉਹਦੇ ਵਿੱਚ ਤੁਸੀਂ ਸਟ੍ਰੇਟ ਪਰਮਨੈਂਟ ਰੈਜ਼ੀਡੈਂਟ ਦੇ ਤੌਰ ਤੇ ਲੈਂਡ ਕਰ ਸਕਦੇ ਹੋ। ਬਟ ਅਗੇਨ ਸਟਾਰਟਅਪ ਦੇ ਵਿੱਚ ਕੁਆਲੀਫਾਈ ਕਰਨ ਵਾਸਤੇ ਤੁਹਾਡੇ ਕੋਲ ਉਸ ਤਰ੍ਹਾਂ ਦੀ ਰਿਕੁਆਇਰਮੈਂਟ, ਉਸ ਤਰ੍ਹਾਂ ਦਾ ਬਿਜ਼ਨਸ ਆਈਡੀਆ, ਬਿਜ਼ਨਸ ਮੋਡਿਊਲ ਕੁਝ ਹੈਗਾ ਜਾਂ ਨਹੀਂ ਹੈਗਾ। ਬਿਕੋਜ਼ ਜਦੋਂ ਵੀ ਤੁਸੀਂ ਸਟਾਰਟਅਪ ਦੇ ਵਿੱਚ ਐਪਲੀਕੇਸ਼ਨ ਪੁੱਟ ਅਪ ਕਰਦੇ ਹੋ ਤਾਂ ਤੁਹਾਡੀ ਐਪਲੀਕੇਸ਼ਨ 3 ਗਵਰਨਮੈਂਟ ਦੀ ਏਜੰਸੀਜ਼ ਹਨ ਜਿਨ੍ਹਾਂ ਦੇ ਕੋਲ ਜਾਂਦੀਆਂ ਹੈ। ਇਨਕਿਊਬੇਟਰਸ, ਦੂਸਰੀਆਂ ਹੈਗੀਆਂ ਜੀ ਐਂਜਲ ਇਨਵੈਸਟਰ, ਤੀਜੇ ਹੈਗੇ ਵੈਂਚਰ ਕੈਪੀਟਲਿਸਟ। ਵੈਂਚਰ ਕੈਪੀਟਲਿਸਟ ਨੂੰ ਜਦੋਂ ਤੁਸੀਂ ਐਪਲੀਕੇਸ਼ਨ ਜਾਂ ਐਂਜਲ ਇਨਵੈਸਟਰ ਜਾਂ ਇਨਕਿਊਬੇਟਰਸ ਨੂੰ ਐਪਲੀਕੇਸ਼ਨ ਪੁੱਟ ਅਪ ਕਰਦੇ ਹੋ ਤੇ ਤੁਹਾਡਾ ਪੂਰਾ ਬਿਜ਼ਨਸ ਪਲਾਨ ਸਾਰਾ ਕੁਝ ਜਾਂਦਾ ਕਿ ਤੁਸੀਂ ਟੈਕਨੋਲੋਜੀ ਨੂੰ ਕਿਸ ਤਰ੍ਹਾਂ ਲੈ ਕੇ ਅੱਗੇ ਜਾ ਸਕਦੇ ਹੋ, ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ, ਆਈਟੀ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ ਆਪਣੇ ਬਿਜ਼ਨਸ ਵਾਸਤੇ। ਐਂਡ ਹਰ ਬਿਜ਼ਨਸ ਨੂੰ ਤੁਸੀਂ ਆਈਟੀ ਨਾਲ, ਟੈਕਨੋਲੋਜੀ ਦੇ ਨਾਲ ਯੂਜ਼ ਕਰ ਸਕਦੇ ਹੋ। ਬਟ ਅਗੇਨ ਤੁਹਾਡੇ ਕੋਲ ਆਈਡੀਆ ਕਿਸ ਤਰ੍ਹਾਂ ਦਾ ਹੈਗਾ। ਦੇਰ ਆਰ ਕੰਸਲਟੈਂਟਸ ਇਨ ਦਾ ਮਾਰਕੀਟ ਜਿਹੜਾ ਇਹੋ ਜਿਹੇ ਆਈਡੀਆਜ਼ ਨੂੰ ਡਿਵੈਲਪ ਕਰਨ ਵਾਸਤੇ, ਤੁਹਾਡੇ ਆਈਡੀਆਜ਼ ਨੂੰ ਲੈ ਕੇ ਉਹਦੇ ਉੱਤੇ ਐਲੈਬੋਰੇਟ ਕਰਨ ਵਾਸਤੇ ਕੰਮ ਕਰਦੇ ਨੇ। ਐਂਡ ਆਈਸੀਸੀ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਟੀਮ ਦੇ ਨਾਲ ਕੰਮ ਕਰਦੀ ਹੈ। ਐਂਡ ਤੁਹਾਡੇ ਨਾਲ ਗੱਲ ਕਰਕੇ ਵੀ ਵਿਲ ਇਵੈਲੂਏਟ ਆਲ ਆਪਸ਼ਨਸ। ਐਂਡ ਜਦੋਂ ਵੀ ਵੈਲੂਏਸ਼ਨ ਦੇ ਵਿੱਚ ਜਾਂਦੇ ਆ ਵੀ ਲੁੱਕ ਐਟ ਯੋਰ ਪਾਸਟ ਐਕਸਪੀਰੀਅੰਸ, ਵੀ ਲੁੱਕ ਐਟ ਯੋਰ ਪਾਸਟ ਰੈਵਨਿਊਜ਼, ਵੀ ਲੁੱਕ ਐਟ ਯੋਰ ਪਾਸਟ ਫਾਈਨੈਂਸ਼ੀਅਲਸ, ਤੁਹਾਡੇ ਐਸੈਟਸ ਨੂੰ ਲੈ ਕੇ ਐਂਡ ਦੈਨ ਵੀ ਸਿਟ ਡਾਊਨ ਵਿਦ ਅ ਕੰਸਲਟੈਂਟ ਐਂਡ ਤੁਹਾਨੂੰ ਅਸੀਂ ਕਾਨਫਰੰਸ ਦੇ ਵਿੱਚ ਲੈ ਕੇ ਵੀ ਡਿਵੈਲਪ, ਵੀ ਆਸਕ ਯੂ ਕਿ ਕਿਹੜਾ ਬਿਜ਼ਨਸ ਤੁਸੀਂ ਕਰਨਾ ਚਾਹੁੰਦੇ ਹੋ ਐਂਡ ਦੈਨ ਵੀ ਵਰਕ ਔਨ ਐਲੈਬੋਰੇਟਿੰਗ ਐਂਡ ਬਿਲਡਿੰਗ ਅਪ ਔਨ ਦੈਟ। ਸੋ ਉਹਨੂੰ ਲੈ ਕੇ ਫਿਰ ਅਸੀਂ ਸਟਾਰਟ, ਜਦੋਂ ਐਪਲੀਕੇਸ਼ਨ ਪੂਰੀ ਇਨਕਿਊਬੇਟਰਸ, ਵੈਂਚਰ ਕੈਪੀਟਲਸ ਕੋਲ ਜਾਂਦੀ ਹੈ ਤਾਂ ਦੈਨ ਦੇ ਗਿਵ ਯੂ ਅ ਲੈਟਰ ਆਫ ਸਪੋਰਟ ਐਂਡ ਉਸ ਤੋਂ ਬਾਅਦ ਤੁਹਾਡੀ ਐਪਲੀਕੇਸ਼ਨ ਪੀਆਰ ਵਾਸਤੇ ਪ੍ਰੋਸੈਸ ਹੁੰਦੀ ਹੈਗੀ। ਨਾਰਮਲ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਹੈ ਫॉर ਲੈਟਰ ਆਫ ਸਪੋਰਟ ਉਹ ਤਕਰੀਬਨ 4 ਤੋਂ 6 ਮਹੀਨਿਆਂ ਦਾ ਹੈਗਾ ਤਰਨਜੀਤ। ਐਂਡ ਉਸ ਤੋਂ ਬਾਅਦ ਜਦੋਂ ਪੀਆਰ ਦੀ ਐਪਲੀਕੇਸ਼ਨ ਲੱਗਦੀ ਹੈ ਨਾਰਮਲ ਪ੍ਰੋਸੈਸਿੰਗ ਟਾਈਮ 1 ਸਾਲ ਦਾ ਹੈਗਾ। ਬਟ ਬਿਕੋਜ਼ ਆਫ ਪੈਂਡੈਮਿਕ ਜਿਹੜਾ ਪ੍ਰੋਸੈਸਿੰਗ ਦਾ ਤੇ ਵਰਕ ਪਰਮਿਟ ਦਾ ਟਾਈਮ ਉਹ ਵਧਿਆ ਹੋਇਆ। ਹੁਣ ਜਦੋਂ ਲੈਟਰ ਆਫ ਸਪੋਰਟ ਮਿਲ ਗਈ ਤੇ ਐਪਲੀਕੈਂਟ ਇੱਥੇ ਕੈਨੇਡਾ ਔਨ ਅ ਵਰਕ ਪਰਮਿਟ ਵੀ ਆ ਸਕਦੇ ਨੇ ਵਿਦ ਫੈਮਿਲੀ ਨੂੰ ਡਿਪੈਂਡੈਂਟ ਵੀਜ਼ਾਸ ਮਿਲ ਜਾਂਦੇ ਨੇ and they can start initiating and start working on their business ideas। but ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਐਜ਼ ਅ ਪਰਮਨੈਂਟ ਰੈਜ਼ੀਡੈਂਟ ਲੈਂਡ ਕਰੋ ਤੇ ਤੁਸੀਂ ਉਹਦੇ ਵਾਸਤੇ ਤੁਹਾਨੂੰ ਵੇਟ ਕਰਨੀ ਪੈਂਦੀ ਹੈਗੀ ਤੇ ਜਦੋਂ ਤੁਹਾਡੀ ਪੀਆਰ ਪ੍ਰੋਸੈਸ ਹੋਏਗੀ ਫਿਰ ਹੀ ਤੁਸੀਂ ਵਿਦ ਫੈਮਿਲੀ ਲੈਂਡ ਕਰ ਸਕਦੇ ਹੋ। ਸੋ ਤੁਹਾਡੇ ਕੋਲ ਸਾਰੀਆਂ ਆਪਸ਼ਨਸ ਐਗਜ਼ਿਸਟ ਕਰਦੀਆਂ ਇਸ ਪ੍ਰੋਗਰਾਮ ਬਾਰੇ। ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਸਟਾਰਟਅਪ ਬਾਰੇ ਤੇ ਆਰਡੀਐਮਡੀ ਦੀ ਟੀਮ ਨਾਲ, ਆਈਸੀਸੀ ਇਮੀਗ੍ਰੇਸ਼ਨ ਨਾਲ ਕੰਟੈਕਟ ਕਰ ਸਕਦੇ ਹੋ ਐਂਡ ਵੀ ਵਿਲ ਅਸਿਸਟ ਯੂ ਐਂਡ ਗਾਈਡ ਯੂ ਫਰੋਮ ਸਟਾਰਟ ਟਿਲ ਵੈਰੀ ਐਂਡ। ਬਿਲਕੁਲ ਸਰ, ਜਿਵੇਂ ਤੁਸੀਂ ਆਪਸ਼ਨਸ ਦੀ ਗੱਲ ਕੀਤੀ ਹੈ, ਗੱਲ ਕਰਾਂਗੇ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਸੋ ਸਰਵਰ ਟੀਮ ਨੂੰ ਕਹਾਂਗੇ ਨਾਲ ਦੀ ਨਾਲ ਕਾਲਸ ਜਿਹੜੀਆਂ ਫਾਰਵਰਡ ਕੀਤੀਆਂ ਜਾਣ। ਬਿਜ਼ਨਸ ਵੀਜ਼ਾ ਦੀ ਗੱਲ ਕੀਤੀ ਹੈ, ਇਹਦੇ ਵਿੱਚ ਤੁਸੀਂ ਕਿਹਾ ਕਿ ਐਜੂਕੇਸ਼ਨ ਵੀ ਜਿਹੜੀ ਹੈ ਇੰਨੀ ਜ਼ਿਆਦਾ ਮੈਟਰ ਨਹੀਂ ਕਰਦੀ, ਅੱਜ ਦੇ ਪੁਆਇੰਟਸ ਜ਼ਿਆਦਾ ਮੈਟਰ ਕਰ ਰਹੇ ਨੇ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਟੋਰਾਂਟੋ ਤੋਂ ਬੋਲਦੀ ਪਈ ਹਾਂ। ਹਾਂਜੀ, ਮੈਂ ਪੁੱਛਣਾ ਸੀਗਾ ਜੀ ਜਿਹੜੀ ਜਿੱਦਾਂ ਪੀਆਰ ਦੀ ਐਕਸਪ੍ਰੈਸ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ 1 ਸਾਲ ਤੋਂ ਉੱਪਰ ਜਿਹਨਾਂ ਨੂੰ ਹੋ ਗਿਆ ਉਹਨਾਂ ਨੂੰ ਕਿੰਨਾ ਟਾਈਮ ਲੱਗਣਾ, ਤੇ ਪਲੱਸ ਨਾਲ ਹੀ ਜਿੱਦਾਂ ਮੇਰੀ ਸਿਸਟਰ ਦੀ ਏਦਾਂ ਹੀ ਪਾਈ ਪੀਆਰ ਤੇ ਸੀ, ਬਾਅਦ ਚ ਉਹਨਾਂ ਦੀ ਹੋ ਗਈ ਮੈਰਿਜ, ਉਹਨਾਂ ਦੀ ਹੈਗੀ ਐਨੀਵਰਸਰੀ 20 ਦਸੰਬਰ ਦੀ, ਉਹ ਕਿੱਦਾਂ ਅਪਲਾਈ ਕਰ ਸਕਦੇ ਨੇ? ਹਸਬੈਂਡ ਇੱਥੇ ਆ ਗਏ ਉਹਨਾਂ ਦੇ ਵਰਕ ਪਰਮਿਟ ਤੇ। ਸਰ ਆਪਾਂ ਆਨਸਰ ਦਈਏ, ਕੁਝ ਪੁੱਛਣਾ ਸੀ? ਨਹੀਂ, ਇਹਨਾਂ ਦੇ ਕੇਸ ਦੇ ਵਿੱਚ ਕਾਫੀ ਸਾਰੇ ਕੁਐਸਚਨਸ ਹੋਣਗੇ ਤਰਨ ਜੀ। ਇਹਨਾਂ ਨੂੰ ਬੈਸਟ ਹੈਗਾ ਕਿ ਸਾਨੂੰ ਆਈਸੀਸੀ ਇਮੀਗ੍ਰੇਸ਼ਨ ਦੇ ਆਫਿਸ ਤੇ ਫੋਨ ਕਰਕੇ ਜਾਂ ਜੇ ਤੁਸੀਂ ਕਿਸੇ ਕੰਸਲਟੈਂਟ ਲਾਇਰ ਨੂੰ ਤੁਸੀਂ ਜਿਹਦੇ ਨਾਲ ਤੁਸੀਂ ਕੰਮ ਕਰਦੇ ਹੋ ਉਹਨਾਂ ਨਾਲ ਬੈਠ ਕੇ ਆਪਣਾ ਕੇਸ ਡਿਸਕਸ ਕਰੋ ਐਂਡ ਦੇ ਵਿਲ ਸੁਜੈਸਟ ਯੂ ਕਿ ਕਿਸ ਤਰ੍ਹਾਂ ਤੁਹਾਨੂੰ ਮੂਵ ਕਰਨਾ ਚਾਹੀਦਾ। ਜੇ ਸਾਡੀ ਓਪੀਨੀਅਨ ਲੈਣਾ ਚਾਹੁੰਦੇ ਹੋ ਤਾਂ ਆਈਸੀਸੀ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਕਾਲ ਕਰਕੇ ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਵਿਦ ਦ ਐਂਟਾਇਰ ਸੁਜੈਸ਼ਨ। ਜੀ, ਥੈਂਕ ਯੂ ਸੋ ਮਚ ਜੀ। ਪ੍ਰਾਈਵੇਸੀ ਦੇ ਚਲਦਿਆਂ ਅਸੀਂ ਜ਼ਿਆਦਾ ਕੁਐਸਚਨਸ ਤੁਹਾਨੂੰ ਨਹੀਂ ਪੁੱਛ ਸਕਦੇ ਹੈਗੇ, ਸੋ ਇਸ ਲਈ ਮੁਆਫੀ ਚਾਹਾਂਗੇ। ਤੁਸੀਂ ਮਿਸਟਰ ਮਨੂ ਦੱਤਾ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਉਹ ਬੈਟਰ ਵੀਜ਼ੇ ਬਾਰੇ ਪੁੱਛਣਾ ਜੀ, ਅੱਗੇ ਖਤਮ ਹੋ ਗਏ ਸੀ ਉਹਨਾਂ ਦੇ, ਦੁਬਾਰੇ ਅਪਲਾਈ ਕਰਨੇ ਆ ਤੇ ਵੀ ਕਿੰਨੇ ਟਾਈਮ 'ਚ ਮਿਲ ਜੂ ਉਹਨਾਂ ਨੂੰ? 10 ਸਾਲ ਦੇ ਲੱਗੇ ਹੋਏ ਸੀ। ਸਵਾਲ ਸਮਝ ਆਇਆ ਤੁਹਾਨੂੰ? ਜੀ ਠੀਕ ਹੈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਓਕੇ ਤਰਨ, ਇੱਥੇ ਇਹਨਾਂ ਨੇ ਬਹੁਤ ਵਧੀਆ ਸਵਾਲ ਪੁੱਛਿਆ ਜੀ ਕਿ ਅੱਜ ਦੀ ਤਰੀਕ ਦੇ ਵਿੱਚ ਵਿਜ਼ਿਟ ਵੀਜ਼ਾ ਨੂੰ ਟਾਈਮ ਕਿੰਨਾ ਲੱਗ ਰਿਹਾ ਹੈਗਾ। ਸੈਪਟੈਂਬਰ 7 ਦੀ ਜਿਹੜੀ ਅਪਡੇਟ ਆਈ ਸੀਗੀ, ਤੁਹਾਨੂੰ ਯਾਦ ਹੋਏਗਾ ਕਿ ਤੁਸੀਂ ਆਪਣੀ ਨਵੀਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ ਪ੍ਰੋਵਾਈਡਡ ਤੁਸੀਂ ਪਹਿਲੇ ਵੀ ਐਪਲੀਕੇਸ਼ਨ ਲਗਾਈ ਵੀ ਨਵੀਂ ਵੀ ਲਗਾਉਣਾ ਚਾਹੁੰਦੇ ਹੋ ਬਿਕੋਜ਼ ਪਿਛਲੀ ਐਪਲੀਕੇਸ਼ਨ ਦੇ ਬੈਕਲੌਗ ਦੇ ਵਿੱਚ ਫਸੀਆਂ ਹੋਈਆਂ ਐਂਡ ਵੀ ਹੈਵ ਸੀਨ ਕਿ ਇੱਕ ਦਿਨ ਦੇ ਵਿੱਚ ਵੀਜ਼ਾ ਗ੍ਰਾਂਟ ਹੋਏ ਨੇ। ਸੋ ਯੈਸ, ਚਾਂਸਸ ਬਹੁਤ ਅੱਛੇ ਨੇ ਪ੍ਰੋਵਾਈਡਡ ਤੁਸੀਂ ਆਪਣੀ ਐਪਲੀਕੇਸ਼ਨ ਚੰਗੀ ਤਰ੍ਹਾਂ ਪੁੱਟ ਅਪ ਕਰੋ ਐਂਡ ਜੇ ਪਹਿਲੇ ਟਰੈਵਲ ਕੀਤੇ ਹੋਏ ਹੋ ਸਾਰੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਐਂਡ ਵਿਜ਼ਿਟ ਵੀਜ਼ਾ ਦੇ ਵਿੱਚ ਇੱਕ ਦਿਨ ਦੇ ਵਿੱਚ ਵੀ ਪਾਸਪੋਰਟ ਰਿਕੁਐਸਟ ਆ ਰਹੀਆਂ ਹੈਗੀਆਂ। ਸੋ ਵਿਜ਼ਿਟ ਵੀਜ਼ਾ ਬਾਰੇ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਸੀ, ਵੀ ਸ਼ੁੱਡ ਹੈਵ ਟੇਕਨ ਦਿਸ ਟੌਪਿਕ ਬਟ ਨੈਵਰਦਲੈਸ ਸਵਾਲ ਨੇ ਬੜਾ ਫਸਟ ਕਲਾਸ ਸਹੀ ਟਾਈਮ ਤੇ ਇਹਨਾਂ ਨੂੰ ਪੁੱਛ ਲਿਆ।
ਸੋ ਜੀ ਬਿਲਕੁਲ ਐਬਸੋਲੂਟਲੀ ਜੀ, ਜੇ ਤੁਸੀਂ ਵਿਜ਼ਿਟ ਵੀਜ਼ਾ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਐਪਲੀਕੇਸ਼ਨ ਲਗਾਉਣਾ ਚਾਹੁੰਦੇ ਹੋ, ਦਿਸ ਇਜ਼ ਅ ਗੁੱਡ ਟਾਈਮ ਟੂ ਪੁੱਟ ਅਪ ਐਨ ਐਪਲੀਕੇਸ਼ਨ। ਬਿਲਕੁਲ, ਸਾਨੂੰ ਇੱਕ ਦਰਸ਼ਕ ਕਹਿ ਰਹੇ ਨੇ ਇੰਡੀਆ ਦੇ ਵਿੱਚ ਤੁਹਾਡਾ ਨੰਬਰ ਜਿਹੜਾ ਹੈ ਉਹ ਕੰਮ ਨਹੀਂ ਕਰ ਰਿਹਾ ਹੈਗਾ, ਕੋਈ ਰਿਪਲਾਈ ਨਹੀਂ ਕਰ ਰਿਹਾ, ਸੋ ਇਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ। ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ ਤੁਹਾਡੇ ਤੋਂ, ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਖਤੌਰ ਸਿੰਘ ਅਕਾਲ ਬੋਲ ਰਿਹਾ ਜੀ। ਤੇ ਅਸੀਂ ਮੈਂ ਮਈ 2018 ਚ ਬੇਟੇ ਨੇ ਮੇਰੀ ਪੀਆਰ ਦੀ ਫਾਈਲ ਲਈ ਸੀ ਜੀ, ਤੇ ਹੁਣ ਸਾਡੀ ਕੋਈ ਐਕਟੀਵਿਟੀ ਨਹੀਂ ਹੋਈ। ਤੇ ਹੁਣ ਮਹੀਨਾ ਹੋਇਆ ਤਾਂ ਉਹਨਾਂ ਨੇ ਫਿੰਗਰਪ੍ਰਿੰਟ ਮੰਗਿਆ ਦੇਖੋ, ਤੇ ਕੀ ਇਸ ਤੋਂ ਬਾਅਦ ਹੁਣ ਕੀ ਹੋਊਗਾ, ਕੁਝ ਕਿ ਕਿੰਨਾ ਟਾਈਮ ਲੱਗ ਸਕਦਾ ਹੈ ਜੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਇਹ ਤਾਂ ਇਮੀਗ੍ਰੇਸ਼ਨ ਵਿਭਾਗ ਨਹੀਂ ਹਜੇ ਦੱਸ ਰਿਹਾ ਕਿੰਨਾ ਟਾਈਮ ਲੱਗੇਗਾ ਸਰ। ਤੁਸੀਂ ਓਕੇ ਜੀ, ਵੈਸੇ 19 ਦੀਆਂ ਫਾਈਲਾਂ ਦੇ ਉੱਤੇ ਵੀ ਕੰਮ ਹੋ ਰਿਹਾ ਜੀ, ਪੇਰੈਂਟਲ ਐਪਲੀਕੇਸ਼ਨਸ, ਬਟ ਹੋ ਸਕਦਾ ਤੁਹਾਡੀ ਕਿਸੇ ਵਜ੍ਹਾ ਨਾਲ ਕੋਈ ਚੀਜ਼ ਤੁਹਾਡੀ ਇਹੋ ਜਿਹੀ ਹੋਵੇ ਕਿ ਜਿਹਦੇ ਕਰਕੇ ਤੁਹਾਡੀ ਡਿਲੇ ਹੋਈ ਹੈ, ਬਟ ਯੂ ਆਰ ਵੈਰੀ ਕਲੋਜ਼ ਟੂ ਜੀ, ਜਸਟ ਵੇਟ। ਹੁਣ ਜਿੱਥੇ ਇੰਨੀ ਪੇਸ਼ੈਂਸ ਰੱਖੀ, ਥੋੜੀ ਜਿਹੀ ਹੋਰ ਪੇਸ਼ੈਂਸ ਰੱਖੋ। ਆਪਾਂ ਵਿਜ਼ਟਰ ਵੀਜ਼ਾ ਦੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਕਿਹਾ ਕਿ ਇੱਕ ਦਿਨ ਦੇ ਵਿੱਚ ਵੀ ਆ ਰਹੇ ਨੇ, ਸੋ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਸਾਰਿਆਂ ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਕੀ ਫਾਸਟ ਹੋ ਰਹੀ ਹੈ? ਐਬਸੋਲੂਟਲੀ, ਸੁਪਰ ਵੀਜ਼ਾ ਐਂਡ ਵਿਜ਼ਿਟ ਵੀਜ਼ਾ ਦੋਨਾਂ ਦੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਬੜੀ ਫਾਸਟ ਹੋ ਰਹੀ ਹੈ। ਸੋ ਜਿੰਨੇ ਵੀ ਦੋਸਤ ਇਸ ਟਾਈਮ ਵਿਜ਼ਿਟ ਵੀਜ਼ਾ ਦੀ ਐਪਲੀਕੇਸ਼ਨ ਪੁੱਟ ਅਪ ਕਰਨਾ ਚਾਹੁੰਦੇ ਨੇ, ਗੈਟ ਇਨ ਟੱਚ ਵਿਦ ਅ ਕੰਸਲਟੈਂਟ ਔਰ ਅ ਲਾਇਰ, ਐਂਡ ਇੱਕ ਰੈਗੂਲੇਟਡ ਕੰਸਲਟੈਂਟ, ਇੱਕ ਲਾਇਰ ਦਾ ਡੈਫੀਨੇਟਲੀ ਇੱਕ ਐਡਿਡ ਐਡਵਾਂਟੇਜ ਰਹਿੰਦਾ ਹੈਗਾ। ਅਸੀਂ ਕੈਨੇਡਾ ਬੈਠੇ ਤੁਹਾਡੀ ਫਾਈਲਾਂ ਪੁੱਟ ਅਪ ਕਰ ਦਿੰਦੇ ਹਾਂ, ਐਂਡ ਇੱਕ ਅੱਗੇ ਕੁਝ ਇੰਸਟੈਂਸਿਸ ਦੇ ਵਿੱਚ ਇੱਕ ਦਿਨ ਦੇ ਵਿੱਚ ਵੀ ਜਵਾਬ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ, ਪ੍ਰੋਵਾਈਡਡ ਇਮੀਗ੍ਰੇਸ਼ਨ ਡਿਪਾਰਟਮੈਂਟ ਸਾਨੂੰ ਜਵਾਬ ਦੇਵੇ। ਸੋ ਵਿਜ਼ਿਟ ਵੀਜ਼ਾ ਦੀ ਫਾਈਲ ਕਰਨ ਵਾਸਤੇ ਦਿਸ ਇਜ਼ ਅ ਵੈਰੀ ਗੁੱਡ ਟਾਈਮ। ਸੁਪਰ ਵੀਜ਼ਾ ਦੀ ਫਾਈਲ ਪੁੱਟ ਅਪ ਕਰਨ ਵਾਸਤੇ ਦਿਸ ਇਜ਼ ਅ ਗੁੱਡ ਟਾਈਮ, ਐਂਡ ਦਿਸ ਇਜ਼ ਬਿਕੋਜ਼ ਬਹੁਤ ਸਾਰੀ ਫੈਮਲੀਜ਼ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਬਿਕੋਜ਼ ਆਫ ਕੋਵਿਡ ਟਰੈਵਲ ਉਹ ਡਿਸਟੈਂਸ ਨੇ, ਉਹ ਟਾਈਮ ਇਹੋ ਜਿਹਾ ਸੀਗਾ ਤੇ ਮਿਲ ਨਹੀਂ ਸਕੇ। ਸੋ ਦਿਸ ਇਜ਼ ਅ ਗੁੱਡ ਟਾਈਮ ਫॉर ਯੂਨੀਫਿਕੇਸ਼ਨ। ਬਿਲਕੁਲ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਹਟ ਗਿਆ ਥੋੜਾ ਰਾਜੇ, ਮੈਂ ਨਾ 2012 ਚ ਆਈ ਸੀ ਇੱਥੇ। 12 ਤੋਂ ਲਾ ਕੇ ਤੁਸੀਂ ਦੇਖ ਲਓ ਕਿ ਇੰਨੀ ਵਾਰ ਇੰਸ਼ੋਰੈਂਸ ਭਰਤੀ, ਸੁਪਰ ਵੀਜ਼ੇ ਤੇ ਉੱਥੇ ਵੀ ਮੈਂ ਸਿੰਗਲ ਹਾਂ। ਤੱਕ ਦੇ ਆਧਾਰ ਤੇ ਵੀ ਕੇਸ ਲਾਤਾ, ਹਾਲੇ ਤੱਕ ਕੋਈ ਵੀ ਕੁਝ ਵੀ ਨਹੀਂ ਹਾਲੇ ਤੱਕ ਮੇਰਾ ਹੋਇਆ ਵੀ, ਮਤਲਬ ਇਹਦਾ ਕੋਈ ਹੱਲ ਹੋ ਸਕਦਾ ਵਾ? ਲਾਟਰੀ ਸਿਸਟਮ ਚ ਵੀ ਪਾਇਆ, ਉਹਦੇ ਚ ਵੀ ਕੁਛ ਨਾ ਨਹੀਂ ਆਇਆ, ਤੇ ਮੈਂ ਕੱਲੀ ਕਰਾਂ ਤੇ ਹੁਣ ਮੈਂ 12 ਦੀ ਸਮਝ ਲਓ ਕੇਰਾਂ ਕਿ ਜਦੋਂ ਕੋਵਿਡ ਹੋਇਆ 18 ਦੀ ਇੱਥੇ ਹੀ ਬੈਠੀ ਹਾਂ। ਇਹਦੇ ਬਾਰੇ ਕੁਝ ਹੈ ਜੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ। ਥੈਂਕ ਯੂ ਜੀ। ਜੀ ਸਰ। ਭੈਣ ਜੀ, ਤੁਸੀਂ ਖੁਸ਼ਨਸੀਬ ਹੈਗੇ ਹੋ ਕਿ ਤੁਸੀਂ ਆਪਣੀ ਫੈਮਿਲੀ, ਆਪਣੇ ਬੱਚਿਆਂ ਦੇ ਨਾਲ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਹੋ। ਤੁਸੀਂ ਉਹਨਾਂ ਦਾ ਸੋਚੋ ਜਿਹੜੇ ਬਿਲਕੁਲ ਫੈਮਲੀਆਂ ਅੱਡ ਬੈਠੀਆਂ ਰਹੀਆਂ ਕੋਵਿਡ ਦੇ ਡਿਊਰਿੰਗ। ਸੋ ਕਹਿੰਦੇ ਆ ਕਿ ਹਾਫ ਗਲਾਸ ਐਮਟੀ ਜਾਂ ਹਾਫ ਗਲਾਸ ਫੁੱਲ। ਅਸੀਂ ਹਾਫ ਗਲਾਸ ਫੁੱਲ ਨੂੰ ਦੇਖੀਏ। ਤੁਸੀਂ ਕਿੰਨੇ ਖੁਸ਼ਨਸੀਬ ਹੋ ਕਿ ਆਪਣੇ ਬੱਚਿਆਂ ਦੇ ਨਾਲ, ਆਪਣੇ ਗ੍ਰੈਂਡ ਚਿਲਡਰਨ ਨਾਲ ਤੁਸੀਂ ਇੱਥੇ ਬੈਠੇ ਹੋਏ ਸੀਗੇ। ਸੋ ਰੱਬ ਦਾ ਸ਼ੁਕਰ ਕਰੀਏ, ਬਟ ਯੈਸ ਆਈ ਕੈਨ ਅੰਡਰਸਟੈਂਡ ਯੂਰ ਪੇਨ, ਬਿਕੋਜ਼ ਤੁਸੀਂ 2012 ਤੋਂ ਤੁਹਾਡੇ ਬੱਚੇ ਟਰਾਈ ਕਰ ਰਹੇ ਨੇ ਤੁਹਾਡੀ ਪੀਆਰ ਦੀ ਐਪਲੀਕੇਸ਼ਨ ਲਗਾਉਣ ਵਾਸਤੇ। ਤੇ ਦੋ ਹੀ ਚੀਜ਼ਾਂ ਹੈਗੀਆਂ ਜੀ। ਤੇ ਜਦੋਂ ਪ੍ਰੋਬਬਲੀ 2012 ਤੁਸੀਂ ਤਾਂ ਐਪਲੀਕੇਸ਼ਨ, ਜਦੋਂ ਕੈਨੇਡਾ ਆਏ, ਜਦੋਂ ਚੇਂਜਸ ਆ ਰਹੀਆਂ ਸੀਗੀਆਂ, ਜਦੋਂ ਸੁਪਰ ਵੀਜ਼ਾ ਇੰਟਰੋਡਿਊਸ ਕੀਤਾ ਗਿਆ, ਉਦੋਂ ਜਦੋਂ 2 ਸਾਲ ਦਾ ਗੈਪ ਪਿਆ ਸੀਗਾ ਕਿ ਐਪਲੀਕੇਸ਼ਨ ਨਹੀਂ ਲਿੱਤੀਆਂ ਜਾ ਰਹੀਆਂ ਸੀਗੀਆਂ। ਉਸ ਤੋਂ ਬਾਅਦ ਯੈਸ ਐਪਲੀਕੇਸ਼ਨ ਜਾਂਦੀਆਂ ਰਹੀਆਂ। ਹੋ ਸਕਦਾ ਤੁਹਾਡਾ ਬੇਟਾ ਪਹਿਲੇ ਜਾਂ ਤੁਹਾਡੀ ਬੇਟੀ, ਜਿਹੜੇ ਤੁਹਾਡੇ ਬੱਚੇ ਹੈਗੇ ਨੇ, ਉਹ ਇਨਕਮ ਰਿਕੁਆਇਰਮੈਂਟਸ ਨਾਲ ਮੀਟ ਕਰਦੇ ਹੋਣ, ਬਟ ਅੱਜ ਦੀ ਤਰੀਕ ਦੇ ਵਿੱਚ ਜੇ ਕਰ ਰਹੇ ਨੇ ਤੇ ਲੋਟਰੀ ਸਿਸਟਮ ਇਜ਼ ਵਨ ਵੇ, ਸੈਕਿੰਡ ਇਜ਼ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ। ਸੋ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਦੀ ਬੇਸਿਸ ਦੇ ਉੱਤੇ ਵੀ ਤੁਹਾਡੀ ਫਾਈਲ ਪੁੱਟ ਅਪ ਕੀਤੀ ਜਾ ਸਕਦੀ ਹੈ। ਇਟ ਇਜ਼ ਵੈਲ ਵਰਥ ਟੇਕਿੰਗ ਅ ਚਾਂਸ, ਬਟ ਇਹ ਨਾ ਸੋਚੋ ਕਿ 100% ਹੀ ਹੋ ਜਾਏਗਾ, ਬਟ ਯੈਸ ਚਾਂਸ ਲੈਣ ਵਾਸਤੇ ਇਟ ਇਜ਼ ਵੈਲ ਵਰਥ। ਬਿਲਕੁਲ ਸਰ। ਤੇ ਮੇਰਾ ਆਖਰੀ ਸਵਾਲ ਹੈ ਖਾਸ ਤੌਰ ਤੇ ਨੈਨੀ ਵੀਜ਼ਾ ਵਾਲਿਆਂ ਦੇ ਲਈ। ਪ੍ਰੋਸੈਸਿੰਗ ਟਾਈਮ ਦੀ ਗੱਲ ਨਹੀਂ ਮੈਂ ਕਰੂੰਗੀ। 2019 ਚ ਕਈਆਂ ਨੇ ਫਾਈਲਸ ਲਗਾਈਆਂ ਸੀ, ਕਈਆਂ ਨੇ 2020 ਚ ਲਗਾਈਆਂ ਨੇ। 2020 ਦੇ ਵਿੱਚ ਤਾਂ ਸਰਕਾਰ ਵੱਲੋਂ ਕਹਿ ਦਿੱਤਾ ਗਿਆ, ਇਮੀਗ੍ਰੇਸ਼ਨ ਵਿਭਾਗ ਵੱਲੋਂ, ਕਿ ਉਹਨਾਂ ਨੂੰ ਡਾਇਰੈਕਟ ਪੀਆਰ ਮਿਲ ਜਾਏਗੀ। ਪਰ ਜਿਹੜੇ 2019 ਦੇ ਨੇ, ਅਜੇ ਤੱਕ ਉਹਨਾਂ ਦੀਆਂ ਫਾਈਲਸ ਦੇ ਉੱਤੇ ਕਈਆਂ ਦੇ ਫੈਸਲਾ ਨਹੀਂ ਆਇਆ, ਜਾਂ ਕਈਆਂ ਦੇ ਸਪਾਊਸ ਇਸ ਵਕਤ ਵੇਟ ਕਰ ਰਹੇ ਨੇ। ਸੋ ਉਹਨਾਂ ਦਾ ਕਿੰਨਾ ਕੁ ਹਜੇ ਲੱਗ ਸਕਦਾ ਪ੍ਰੋਸੈਸ ਨੂੰ ਲੈ ਕੇ? ਤਰਨ, ਜਦੋਂ ਪ੍ਰੋਗਰਾਮ ਉਲੀਕੇ ਗਏ ਸੀਗੇ, ਨਵਾਂ ਪ੍ਰੋਗਰਾਮ ਕੇਅਰ ਗਿਵਰਸ ਦਾ, ਹੋਮ ਸਪੋਰਟ ਵਰਕਰ ਦਾ, ਤੇ ਦੂਸਰਾ ਪ੍ਰੋਗਰਾਮ ਉਲੀਕਿਆ ਗਿਆ ਸੀਗਾ, ਉਦੋਂ ਇੱਕੋ ਹੀ ਫਾਈਲ ਲੱਗ ਰਹੀ ਸੀਗੀ ਫॉर ਬੋਥ ਕੈਟਾਗਰੀਜ਼, ਵਰਕ ਪਰਮਿਟ ਵਾਸਤੇ ਵੀ, ਪੀਆਰ ਵਾਸਤੇ ਵੀ। ਸੋ ਪੀਆਰ ਦੀ ਫਾਈਲ ਵੀ ਲੱਗਣੀ ਹੈ ਐਂਡ ਵਰਕ ਪਰਮਿਟ ਦੀ ਫਾਈਲ ਵੀ ਲੱਗਣੀ ਹੈ, ਐਂਡ ਜਿਹੜੀ ਪੀਆਰ ਗ੍ਰਾਂਟ ਕੀਤੀ ਜਾਣੀ ਹੈਗੀ ਹੈ ਉਹ ਉਹਨਾਂ ਦੇ ਕੈਨੇਡੀਅਨ ਐਕਸਪੀਰੀਅੰਸ ਤੋਂ ਬਾਅਦ ਕੀਤੀ ਜਾਣੀ ਹੈਗੀ ਹੈ। ਸੋ ਐਪਲੀਕੇਸ਼ਨਸ ਦੋਨੋਂ ਲੱਗੀਆਂ ਹੋਈਆਂ ਹੈਗੀਆਂ, ਵਰਕ ਪਰਮਿਟ ਦੀਆਂ ਵੀ ਐਂਡ ਪਰਮਨੈਂਟ ਰੈਜ਼ੀਡੈਂਸੀ ਦੀ, ਬਟ ਜਿਹੜਾ ਪੀਆਰ ਮਿਲੇਗੀ ਉਹ ਉਹਨਾਂ ਨੂੰ ਕੈਨੇਡੀਅਨ ਵਰਕ ਪਰਮਿਟ ਤੋਂ ਬਾਅਦ ਗ੍ਰਾਂਟ ਕੀਤੀਆਂ ਜਾਣਗੀਆਂ। ਜੀ, ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ?
ਸਰ ਜੀ ਤੇ ਮੇਰਾ ਨਾ ਸਵਾਲ ਰਾਜੇ ਵਿੱਚ ਰਹਿ ਗਿਆ। ਮੈਂ ਨਾ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਆਪਣੀ ਬੇਟੀ ਕੋਲ, ਮੇਰੀ ਸਿਰਫ ਇੱਕ ਬੇਟੀ ਆ, ਬੇਟੀ ਕੋਲ ਰਹਿ ਰਹੀ ਹਾਂ। ਜਵਾਈ ਤੇ ਬੇਟੀ ਕੋਲੇ ਰਹਿਣਾ ਤਾਂ ਤੁਸੀਂ ਇਹ ਦੇਖ ਲਓ ਵੀ ਬਹੁਤ ਔਖਾ, ਜਵਾਈ ਦਾ ਸੁਭਾਅ ਹਰ ਚੀਜ਼ ਦੇਖ, ਜੇ ਬੇਟੇ ਕੋਲ ਹੁੰਦੀ ਫਿਰ ਮੈਂ 12 ਤੋਂ ਰਹੀ ਜਾਂਦੀ, ਕੋਈ ਔਖਾ ਨਹੀਂ ਸੀਗਾ। ਇਹਦੇ ਬਾਰੇ ਜੇ ਤਾਂ ਅਗਲੇ ਵਾਰ ਲਾਟਰੀ ਸਿਸਟਮ ਨਿਕਲਦਾ ਜਾਂ ਬੰਦ ਹੋਣਾ ਜਾਂ ਕੀ, ਇਹਦੇ ਬਾਰੇ ਮੈਨੂੰ ਜ਼ਰੂਰ ਦੱਸੋ। ਬਿਲਕੁਲ ਜੀ, ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਦੁਬਾਰਾ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਜੀ। ਸਰ ਗੱਲ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੇਰੈਂਟਸ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਲੈ ਕੇ ਕਾਫੀ ਸਵਾਲ ਹੋ ਰਹੇ ਨੇ ਕਿ ਲੋਟਰੀ ਸਿਸਟਮ ਜਿਹੜਾ ਸਹੀ ਨਹੀਂ ਹੈਗਾ, ਜਾਂ ਜਿਹੜੇ ਪਹਿਲਾਂ ਆਏ ਨੇ ਪਹਿਲਾਂ ਉਹਨਾਂ ਦੀਆਂ ਫਾਈਲਸ ਦੇ ਉੱਤੇ ਫੈਸਲਾ ਲੈਣਾ ਚਾਹੀਦਾ। ਬਿਲਕੁਲ ਠੀਕ ਕਹਿ ਰਹੇ ਹੋ। ਚਾਂਸਿਸ ਆਰ ਕੋਈ ਗਵਰਨਮੈਂਟ ਡਿਸਾਈਡ ਕਰੇਗੀ, ਇਮੀਗ੍ਰੇਸ਼ਨ ਡਿਪਾਰਟਮੈਂਟ ਡਿਸਾਈਡ ਕਰੇਗਾ, ਮੈਂ ਉਹਦੇ ਤੇ ਕਮੈਂਟ ਨਹੀਂ ਕਰ ਸਕਦਾ। ਬਟ ਜੇ ਆਈ ਕੈਨ ਅੰਡਰਸਟੈਂਡ ਯੂਰ ਪੇਨ ਭੈਣ ਜੀ, ਬਟ ਸਮਹਾਓ HNC ਇਜ਼ ਵਨ ਥਿੰਗ ਜਿਹੜੀ ਐਪਲੀਕੇਸ਼ਨ ਤੁਸੀਂ ਪੁੱਟ ਅਪ ਜ਼ਰੂਰ ਕਰ ਸਕਦੇ ਹੋ। ਬਿਲਕੁਲ ਜੀ, ਮੇਰੇ ਖਿਆਲ 'ਚ ਉਹਨਾਂ ਨੇ ਕੀਤੀ ਹੋਈ ਹੈ ਬਟ ਅਜੇ ਤੱਕ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਅਸੀਂ ਐਕਸਪੋਰਟ ਤੋਂ ਬੋਲ ਰਹੇ ਕੈਨੇਡਾ ਤੋਂ ਜੀ। ਦੱਸੋ ਜੀ, ਕੀ ਸਵਾਲ ਹੈ? ਸਾਡਾ ਜੀ ਇੱਕ ਬੱਚਾ ਜਿਹੜਾ ਗਿਫਟ ਦੀ ਨੈਨੀ ਵੈਸੀ ਫਾਈਲ ਆਈ ਹੋਈ ਸੀਗੀ 2020 ਦੀ ਮਾਰਚ ਦੀ, ਉਹਦਾ ਇੱਕ ਫਾਈਲ ਨੰਬਰ ਤਾਂ ਆ ਗਿਆ ਜੀ, ਹੋ ਗਏ 15 ਦਿਨ, ਮੈਨੂੰ ਮੁੜ ਕੇ ਨਹੀਂ ਕੋਈ ਦੱਸਿਆ ਉਹਨਾਂ ਨੇ ਜੀ। ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਠੀਕ ਹੈ ਜੀ, ਥੈਂਕ ਯੂ ਜੀ। ਜੀ ਸਰ ਤਰਨ 2000 ਦਿਨ ਆ ਰਿਪਲਾਈ ਪਰ ਆ ਵੀ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਅਸੀਂ ਪੁੱਛਣਾ ਸੀਗਾ, ਅਸੀਂ ਜਿੱਦਾਂ ਲਾਈਕ ਆਪਣੇ ਪੇਰੈਂਟਸ ਦਾ ਅਪਲਾਈ ਕਰਨਾ ਸੀ ਹੁਣ ਇੰਡੀਆ ਤੋਂ ਵਿਜ਼ਟਰ ਵੀਜ਼ਾ, ਤੇ ਰਾਈਟ ਨਾਓ ਲਾਈਕ ਮੈਂ ਤੇ ਮੇਰੇ ਹਸਬੈਂਡ ਦੋਨੋਂ ਪੇਰੈਂਟਲ ਲੀਵ ਤੇ ਆ, ਤੇ ਉਹਦੇ ਨਾਲ ਲਾਈਕ ਉਹਨਾਂ ਦੀ ਫਾਈਲ ਨੂੰ ਕੋਈ ਇਫੈਕਟ ਤਾਂ ਨਹੀਂ ਪੈਂਦਾ ਕਿ ਜੇ ਮਤਲਬ ਕਿ ਹੁਣ ਅਸੀਂ ਵਿਜ਼ਟਰ ਵੀਜ਼ਾ ਰਾਈਟ ਨਾਓ ਜੇ ਅਪਲਾਈ ਕਰਦੇ ਆ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਪਹਿਲਾਂ ਜਿਨ੍ਹਾਂ ਨੇ 2020 ਮਾਰਚ ਵਿੱਚ ਫਾਈਲ ਲਗਾਈ ਸੀ ਤੇ ਹੁਣ ਨੰਬਰ ਆਇਆ ਉਹਨਾਂ ਦਾ ਨੈਨੀ ਦਾ, ਮਈ ਤੋਂ ਨੰਬਰ ਆਉਣੇ ਸ਼ੁਰੂ ਹੋ ਗਏ ਸੀਗੇ ਜੀ, ਐਂਡ 2020 ਦੇ ਨੰਬਰਸ ਤਕਰੀਬਨ ਆ ਚੁੱਕੇ ਨੇ। ਸੋ ਵੇਟ ਐਂਡ ਵਾਚ ਹੈ ਜੀ, ਐਂਡ ਨੋਬਡੀ ਕੈਨ ਟੈਲ ਯੂ ਕਿ ਕਦੋਂ ਤੱਕ ਫਾਈਲ ਪ੍ਰੋਸੈਸ ਹੋਏਗੀ, ਬਟ ਹੋਪਫੁਲੀ 2022 ਦੇ ਵਿੱਚ ਹੀ ਤੁਹਾਡੀ ਬੱਚਿਆਂ ਦੀ ਫਾਈਲ ਪ੍ਰੋਸੈਸ ਹੋਏਗੀ ਜੀ। ਉਸ ਤੋਂ ਬਾਅਦ ਜਿਨ੍ਹਾਂ ਨੇ ਹੁਣ ਪੁੱਛਿਆ ਸੀ ਪੇਰੈਂਟਸ ਦੇ ਵਿਜ਼ਟਰ ਵੀਜ਼ਾ ਦੇ ਬਾਰੇ ਵਿੱਚ ਜਾਣਨਾ। ਬਿਲਕੁਲ ਜੀ, ਜੇ ਤੁਸੀਂ ਪੇਰੈਂਟ ਲੀਵ ਤੇ ਹੈਗੇ ਹੋ ਸਟਿਲ ਯੂ ਆਰ ਐਲੀਜੀਬਲ ਟੂ, ਬਿਕੋਜ਼ ਤੁਸੀਂ ਵਿਜ਼ਿਟ ਵੀਜ਼ਾ ਅਪਲਾਈ ਕਰ ਰਹੇ ਹੋ ਆਪਣੀ ਫੈਮਿਲੀ ਨੂੰ ਰੀਯੂਨਾਈਟ ਕਰਨ ਵਾਸਤੇ, ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਕੇ। ਜੇ ਪੇਰੈਂਟਲ ਲੀਵ ਤੇ ਹੈਗੇ ਹੋ ਤਾਂ ਦੈਟ ਮੀਨਸ ਕਿ ਤੁਹਾਡੇ ਘਰ ਦੇ ਵਿੱਚ ਬੇਬੀ ਆਇਆ ਹੈਗਾ ਐਂਡ ਤੁਹਾਡੇ ਮਾਪਿਓ ਆ ਕੇ ਦੇ ਵੁੱਡ ਬੀ ਪਾਰਟ ਆਫ ਦਿਸ ਰਿਜੋਇਸਿੰਗ ਟਾਈਮ। ਸੋ ਐਬਸੋਲੂਟਲੀ ਤੁਸੀਂ ਪੁੱਟ ਅਪ ਕਰ ਸਕਦੇ ਹੋ, ਦੋਵੇਂ ਤੁਸੀਂ ਪੇਰੈਂਟਲ ਲੀਵ ਤੇ ਹੋ, ਡਜ਼ ਨਾਟ ਮੈਟਰ। ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੁੰਦੇ? ਓਕੇ, ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਚੇਂਜਸ, ਅਸੀਂ ਸਾਰੇ ਰਿਲੇਟਡ ਇਸ ਤਰ੍ਹਾਂ ਹੈਗੇ ਹਾਂ ਬਿਕੋਜ਼ ਅਸੀਂ ਸਾਰੇ ਇਮੀਗ੍ਰੈਂਟਸ ਹੈਗੇ ਆ, ਐਂਡ ਅਸੀਂ ਚਾਹੁੰਦੇ ਹਾਂ ਕਿ ਸਾਡੀ ਫੈਮਲੀਜ਼ ਵੀ ਸਾਡੇ ਨਾਲ ਇੱਥੇ ਆ ਕੇ, ਸਾਡੇ ਫਰੈਂਡਸ ਵੀ ਇੱਥੇ ਆ ਜਾਣ। ਤੇ ਦੈਟ ਇਜ਼ ਅ ਰੀਜ਼ਨ ਸਾਡਾ ਕੰਸਰਨ ਥੋੜ੍ਹਾ ਜਿਹਾ ਇਮੀਗ੍ਰੇਸ਼ਨ ਦੇ ਨਾਲ ਜ਼ਿਆਦਾ ਰਹਿੰਦਾ ਹੈਗਾ। ਐਂਡ ਆਈ ਕੈਨ ਸੀ ਇਮੋਸ਼ਨਸ ਕਦੀ ਉੱਪਰ ਵੀ ਹੁੰਦੇ ਨੇ, ਥੱਲੇ ਵੀ ਹੁੰਦੇ ਨੇ, ਬਟ ਟਾਈਮ ਪੀਰੀਅਡ ਨੂੰ ਲੈ ਕੇ ਵੀ ਬਹੁਤ ਸਾਰੇ ਲੋਕੀ, ਬਹੁਤ ਸਾਰੇ ਐਪਲੀਕੈਂਟਸ ਕੰਸਰਨਡ ਹੈਗੇ ਨੇ। ਐਬਸੋਲੂਟਲੀ ਟਾਈਮ ਪੀਰੀਅਡ ਹਰ ਇੱਕ ਵਾਸਤੇ ਉੱਪਰ ਗਿਆ ਹੈਗਾ, ਐਂਡ ਪੈਂਡੈਮਿਕ ਕੋਈ ਇੱਕ ਇਹੋ ਜਿਹੀ ਚੀਜ਼ ਆਈ ਜਿਹੜੀ ਨੋਬਡੀ ਥਾਟ ਆਫ ਇਟ, ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹੋ ਜਿਹੀ ਚੀਜ਼ ਆਏਗੀ। ਅੱਜ ਦੀ ਤਰੀਕ ਦੇ ਵਿੱਚ ਯੂ ਹੈਵ ਟੂ ਲਿਵ ਵਿਦ ਇਟ, ਐਂਡ ਆਉਣ ਵਾਲੇ ਆਜ ਸ਼ੁਕਰ ਕਰੋ ਕਿ ਜਿਨ੍ਹਾਂ ਦੀ ਫੈਮਲੀਜ਼ ਤੁਹਾਡੇ ਨਾਲ ਹੈਗੀਆਂ, ਜਿਹੜੇ ਫੈਮਲੀ ਮੈਂਬਰਸ ਤੁਹਾਡੇ ਨਾਲ ਹੈਗੇ ਨੇ, ਤੁਸੀਂ ਉਹਨਾਂ ਬਾਰੇ ਵੀ ਸੋਚੋ ਜਿਨ੍ਹਾਂ ਦੀ ਫੈਮਲੀਜ਼ ਦੁਬਾਰਾ ਤੋਂ ਉਹਨਾਂ ਨਾਲ ਜੁੜਨੀਆਂ ਨਹੀਂ ਹੈਗੀਆਂ, ਨਾ ਹੀ ਉਹਨਾਂ ਨੂੰ ਦਿਖਣਾ ਹੈਗਾ। ਸੋ ਹਾਫ ਗਲਾਸ ਦਾ ਸ਼ੁਕਰੀਆ ਅਦਾ ਕਰੀਏ ਜੀ, ਐਂਡ ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ, ਟਰਾਂਸਪੇਰੈਂਟ ਇਨਫੋਰਮੇਸ਼ਨ ਸੁਣਨ ਵਾਸਤੇ ਤਿਆਰ ਹੈਗੇ ਹੋ, ਐਂਡ ਕੋਈ ਵੀ ਕੰਸਰਨ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ, ਤੇ RD and MD ICC ਇਮੀਗ੍ਰੇਸ਼ਨ ਟੀਮ ਨੂੰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੁੰਦੀ ਦੱਸਦੇ ਹਾਂ, ਜਿਹੜੀ ਚੀਜ਼ ਨਹੀਂ ਹੁੰਦੀ ਉਹ ਵੀ ਤੁਹਾਨੂੰ ਮਨਾ ਕਰ ਦਿੰਦੇ ਹਾਂ। ਐਂਡ ਇੱਕ ਐਪਲੀਕੈਂਟ ਨੇ ਸਾਨੂੰ, ਇੱਕ ਕਾਲਰ ਨੇ ਸਾਨੂੰ ਇਹ ਵੀ ਪੁੱਛਿਆ ਸੀਗਾ ਕਿ ਤੁਹਾਡਾ ਨੰਬਰ ਨਹੀਂ ਲੱਗ ਰਿਹਾ ਜੀ, ਤੁਸੀਂ ਸਾਨੂੰ 9054612424 ਸਾਡਾ ਆਫਿਸ ਦਾ ਨੰਬਰ ਹੈਗਾ, ਉਹਦੇ ਤੇ ਕਾਲ ਕਰ ਸਕਦੇ ਹੋ। ਜੇ ਤੁਸੀਂ WhatsApp ਕਰਨਾ ਚਾਹੁੰਦੇ ਹੈਗੇ ਹੋ ਤੇ 6478509000 ਸਾਡਾ ਨੰਬਰ ਹੈਗਾ ਜੀ, 6478509000 ਜੀ। ਇਹ ਲਾਸਟ ਕਾਲ ਹੈ ਪ੍ਰੋਗਰਾਮ ਦੀ, ਤੇ ਇਹ ਕਾਲ ਅਸੀਂ ਲੈ ਰਹੇ ਹਾਂ ਤੇ ਇਸ ਤੋਂ ਬਾਅਦ ਫਿਰ ਪ੍ਰੋਗਰਾਮ ਵੀ ਅਸੀਂ ਖਤਮ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਵੀਰ ਸਿੰਘ ਪੁਰੀ ਬੋਲ ਰਿਹਾ ਜੀ, ਹਾਂਜੀ, ਆਪਾਂ ਬ੍ਰੈਂਪਟਨ ਤੋਂ ਜੀ। ਐਕਚੁਅਲੀ ਮੈਂ PR ਦੀ ਐਪਲੀਕੇਸ਼ਨ ਅਪਲਾਈ ਕੀਤੀ ਸੀਗੀ ਜੀ, ਰਿਨਿਊਅਲ ਦੀ, ਹਾਂਜੀ, ਪਰ ਜੀ ਪਰ ਉੱਥੇ ਵੇਟਿੰਗ ਪੀਰੀਅਡ ਬਹੁਤ ਲੰਬਾ ਚੱਲ ਰਿਹਾ,
ਤੇ ਉਹਦਾ ਕੋਈ ਆਪਣੇ ਫਾਸਟ ਹੋ ਸਕਦੀ ਹੈ ਪ੍ਰੋਸੈਸ ਕਿ ਕਿਵੇਂ? ਜੀ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਜੀ ਜੀ ਸਰ। ਤਰਨ ਜਦੋਂ ਵੀ PR ਕਾਰਡ ਦੇ ਵਿੱਚ ਐਪਲੀਕੇਸ਼ਨ ਅਸੀਂ ਰਿਨਿਊਅਲ ਦੀ ਪਾਉਂਦੇ ਆ, ਨਾਰਮਲ ਪ੍ਰੋਸੈਸਿੰਗ ਟਾਈਮ ਸੀਗਾ 60 ਦਿਨ ਦਾ, 90 ਦਿਨ ਦਾ। ਅੱਜ ਦੀ ਤਰੀਕ ਦੇ ਵਿੱਚ ਉਹ 145 157 ਡੇਜ਼ ਦਾ ਚੱਲ ਰਿਹਾ ਹੈਗਾ। ਸੋ ਯੈਸ, ਟਾਈਮ ਵਧਿਆ ਹੋਇਆ ਜੀ। ਐਂਡ ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਬਾਹਰ ਜਾਣ ਵਾਸਤੇ PR ਕਾਰਡ ਦੀ ਲੋੜ ਨਹੀਂ ਹੈਗੀ, ਵਾਪਸ ਐਂਟਰ ਕਰਨ ਵਾਸਤੇ ਲੋੜ ਹੈਗੀ ਹੈ। ਐਂਡ ਹੋਪਫੁਲੀ ਜੇ ਤੁਹਾਡਾ PR ਕਾਰਡ ਤੁਸੀਂ ਤਾਂ ਤੱਕ ਆ ਜਾਂਦਾ ਹੈ ਤੇ ਯੈਸ ਯੂ ਕੈਨ ਟਰੈਵਲ ਬੈਕ ਇਨ, ਜਾਂ ਉੱਥੇ ਜਾ ਕੇ ਤੁਸੀਂ ਟਰੈਵਲ ਡਾਕੂਮੈਂਟ ਲੈ ਕੇ ਵੀ ਟਰੈਵਲ ਕਰ ਸਕਦੇ ਹੈਗੇ ਹੋ। ਐਂਡ ਤਰਨ ਜਦੋਂ ਵੀ ਐਪਲੀਕੇਸ਼ਨ ਪੁੱਟ ਅਪ ਕਰਦੇ ਆ, ਜੇ ਤੁਸੀਂ ਕੋਈ ਐਕਸੀਜੈਂਸੀ ਹੁੰਦੀ ਹੈ ਤੇ ਤੁਸੀਂ PR ਕਾਰਡ ਰਿਨਿਊਅਲ ਦੇ ਟਾਈਮ ਤੇ ਆਪਣੀ ਟਿਕਟ ਲਗਾ ਸਕਦੇ ਹੋ, ਉਹਦੇ ਪ੍ਰੂਫ ਪੇਮੈਂਟ ਦੇ ਲਗਾ ਸਕਦੇ ਹੋ, ਐਂਡ ਐਕਸੀਡੈਂਸੀ ਦਾ ਰੀਜ਼ਨ ਨੂੰ ਚੰਗੀ ਤਰ੍ਹਾਂ ਕਵਰ ਲੈਟਰ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ। ਐਂਡ ਉਹ ਤੁਹਾਡੀ ਜਦੋਂ ਤੁਸੀਂ ਸੈਂਡ ਆਊਟ ਵੀ ਕਰਦੇ ਹੋ ਤਾਂ ਉਹਦੇ ਵਿੱਚ ਪ੍ਰਾਇਰਟੀ ਪ੍ਰੋਸੈਸਿੰਗ ਦੇ ਵਿੱਚ ਜਾਂਦੀ ਹੈਗੀ ਹੈ। ਤਾਂ ਉਹ ਚੀਜ਼ਾਂ ਤੁਸੀਂ ਪਹਿਲਾਂ ਕਰ ਸਕਦੇ ਸੀਗੇ। ਅੱਜ ਦੀ ਤਰੀਕ ਦੇ ਵਿੱਚ ਯੂ ਵਿਲ ਹੈਵ ਟੂ ਵੇਟ ਫॉर ਇਟ, ਜਾਂ ਫਿਰ ਟਰੈਵਲ ਡਾਕੂਮੈਂਟ ਦੇ ਨਾਲ ਤੁਸੀਂ ਵਾਪਸ ਟਰੈਵਲ ਇਨ ਕਰ ਸਕਦੇ ਹੈਗੇ। ਬਿਲਕੁਲ। ਥੈਂਕ ਯੂ ਸੋ ਮਚ ਸਰ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਦੇਣ ਲਈ। ਥੈਂਕ ਯੂ ਵੈਰੀ ਮਚ ਤਰਨ, ਇਟ ਇਜ਼ ਆਲਵੇਜ਼ ਅ ਪਲੇਜ਼ਰ। ਸੋ ਦੋਸਤੋ, ਇਹ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ, ਮਿਸਟਰ ਮਨੂ ਦੱਤਾ ਦੇ ਅਸੀਂ ਤੁਹਾਨੂੰ ਕੰਟੈਕਟ ਡਿਟੇਲਸ ਦੇ ਦਿੱਤੀਆਂ ਨੇ, ਇੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।